ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ। ਪਿਆਰੇ ਦਰਸ਼ਕੋ, ਜਦੋਂ ਤੁਸੀਂ ਇਹ ਖਬਰ ਸੁਣੀ ਹੋਏਗੀ ਕਿ ਜਿਹੜਾ ਵੀ ਪ੍ਰਦੂਸ਼ਣ ਫੈਲਾਉਂਦਾ ਹੈ ਉਹਨੂੰ 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਕੈਦ, ਤਾਂ ਤੁਹਾਡੇ ਕੰਨ ਖੜੇ ਹੋ ਗਏ ਹੋਣਗੇ ਕਿ ਹੋ ਕੀ ਰਿਹਾ ਹੈ। 1 ਕਰੋੜ ਦਾ ਜੁਰਮਾਨਾ ਤੇ ਕਿੱਥੇ, ਕਿਵੇਂ, ਇਹ ਸਾਰੀਆਂ ਗੱਲਾਂ ਜਦੋਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਆਰਡੀਨੈਂਸ ਹੋਰ ਲਿਆਂਦਾ। ਆਰਡੀਨੈਂਸ ਲਿਆ ਕੇ ਉਸੇ ਦਿਨ ਰਾਸ਼ਟਰਪਤੀ ਤੋਂ ਮੋਹਰ ਲਵਾ ਕੇ ਕਾਨੂੰਨ ਬਣਾਤਾ ਤੇ ਜਾ ਕੇ ਸੁਪਰੀਮ ਕੋਰਟ 'ਚ ਦੱਸਤਾ ਕਿ ਅਸੀਂ ਇਹ ਕਰ ਲਿਆ ਤੇ ਜੋ ਤੁਹਾਡਾ ਪਹਿਲਾਂ ਬਣਿਆ ਹੋਇਆ ਹੈ, ਚਾਹੇ ਤੁਸੀਂ EPCA ਜੋ ਵੀ ਬਣਿਆ ਉਹ ਰੱਦ, ਕੋਈ ਕਮੇਟੀ ਨਹੀਂ ਬਣੀ ਹੋਊਗੀ, ਇਹੀ ਹੁਣ ਅਥਾਰਟੀ ਹੋਏਗਾ ਕਮਿਸ਼ਨ ਦੇ ਮਾਮਲੇ 'ਚ। ਤੇ ਫਿਰ ਇਹ ਵੀ ਕਿਹਾ ਕਿ ਇਹ ਕਾਨੂੰਨ ਜਿਹੜਾ ਆਰਡੀਨੈਂਸ ਰਾਹੀਂ ਬਣਿਆ ਉਹ ਦਿੱਲੀ, ਰਾਜਸਥਾਨ, UP, ਪੰਜਾਬ, ਹਰਿਆਣਾ ਉਹਦੇ 'ਚ ਲਾਗੂ ਹੋਏਗਾ। ਫਿਰ ਇਹ ਵੀ ਕਿਹਾ ਗਿਆ ਹੋਰ ਖਬਰਾਂ 'ਚ ਕਿ ਕੱਲ 36% ਜਿਹੜਾ ਪ੍ਰਦੂਸ਼ਣ ਸੀ ਉਹਦੇ ਵਿੱਚ ਹਿੱਸਾ ਪਰਾਲੀ ਸਾੜਨ ਦਾ ਸੀ। ਇਸ਼ਾਰਾ ਸਿੱਧਾ ਫਿਰ ਉਧਰ ਕਿ ਪਰਾਲੀ ਸਾੜਨ ਵਾਲੇ। ਫਿਰ ਅਗਲੀ ਗੱਲ ਜੇ ਇਹਦੇ 'ਚ ਕਰਨੀ ਹੋਵੇ ਕਿ ਇਹ ਕਮਿਸ਼ਨ ਜਿਹੜਾ ਹੈ, ਇਹ ਜਿਹੜਾ ਆਰਡੀਨੈਂਸ ਹੈ ਇੱਕ ਕਮਿਸ਼ਨ ਦੀ ਵਿਵਸਥਾ ਕਰਦਾ ਹੈ ਜਿਸ 'ਚ 20 ਮੈਂਬਰ ਹੋਣਗੇ। ਚੀਫ ਸੈਕਟਰੀ ਲੈਵਲ ਦਾ ਬੰਦਾ, ਜੇ ਉਹ ਕਿਸੇ ਸਟੇਟ ਚੋਂ ਆ ਤਾਂ ਚੀਫ ਸੈਕਟਰੀ, ਜੇ ਉਹ ਕੇਂਦਰ ਦਾ ਤਾਂ ਸੈਕਟਰੀ, ਸਕੱਤਰ ਪੱਧਰ ਦਾ ਬੰਦਾ ਉਹ ਹੋਏਗਾ ਉਹਦਾ ਪ੍ਰਧਾਨ, ਚੇਅਰਮੈਨ, ਔਰ ਬਾਕੀ ਮੈਂਬਰ ਹੋਣਗੇ। ਮੈਂਬਰਾਂ ਦੇ ਵਿੱਚ ਵੀ ਇੱਕ ਮੈਂਬਰ ਪੰਜਾਬ, ਰਾਜਸਥਾਨ, UP ਔਰ ਹਰਿਆਣਾ ਦਾ ਹੋਏਗਾ, ਕਿਉਂਕਿ ਇਹਨਾਂ ਤੇ ਅਸਲ ਲਾਗੂ ਕਰ ਰਹੇ। ਜਦ ਲੱਗਦਾ ਹੈ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਕਰਕੇ ਪ੍ਰਦੂਸ਼ਣ ਫੈਲ ਰਿਹਾ ਦਿੱਲੀ ਦੇ ਵਿੱਚ ਔਰ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਹਨਾਂ ਦਿਨਾਂ 'ਚ। ਇਹ ਫਿਰ ਇਹਨਾਂ 'ਚ ਪੋਲਿਊਸ਼ਨ ਬੋਰਡ ਦੇ ਮੈਂਬਰ ਹੋਣਗੇ, ਉਹਨਾਂ 'ਚੋਂ ਲਏ ਜਾਣੇ ਨੇ। ISRO ਤੋਂ ਜਿਹੜਾ ਹੈ ਉਹ ਮੈਂਬਰ ਲਿਆ ਜਾਣਾ, ਮਤਲਬ ਕਿ 20 ਮੈਂਬਰ, ਉਹਨਾਂ ਦੀ ਅੱਗੇ 3 ਸਬ ਕਮੇਟੀਆਂ, ਉਹਨਾਂ ਕਮੇਟੀਆਂ 'ਚ ਅੱਗੇ ਫਿਰ ਕਿਸੇ ਨੇ ਰਿਸਰਚ ਕਰਨੀ ਹੈ, ਕਿਸੇ ਨੇ ਸੁਜੈਸ਼ਨ ਦੇਣਾ, ਕਿਸੇ ਨੇ ਰੋਕਣ ਦੀ ਗੱਲ ਕਰਨੀ ਹੈ। ਮਤਲਬ ਇਹ ਆਰਡੀਨੈਂਸ ਲਿਆ ਕੇ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਤਾ ਔਰ ਇਹ ਕਾਨੂੰਨ ਬਣ ਗਿਆ। ਔਰ ਕਾਨੂੰਨ ਬੜਾ ਸਖਤ ਹੈ, 1 ਕਰੋੜ ਤੱਕ ਦੀ। ਤੇ ਜਿਹੜੇ ਸੂਬੇ ਦੇ ਵਿੱਚ 85% ਤੋਂ ਵੱਧ ਕਿਸਾਨ, 86.5% 5 ਏਕੜ ਵਾਲੇ ਹੋਣ, 1 ਏਕੜ ਅੱਜ ਕੱਲ ਪੰਜਾਬ ਦੇ ਵਿੱਚ 15 ਤੋਂ ਲੈ ਕੇ 20-22 ਲੱਖ ਤੱਕ ਜਾਂਦੀ ਹੈ। ਜੇ ਕਿਸੇ ਨਿਆਈ ਦੀ ਜ਼ਮੀਨ ਹੈ ਤਾਂ 40 ਤੱਕ ਵੀ ਚਲੋ ਮੰਨ ਲੈਂਦੇ ਆ। ਉਹਨੂੰ 1 ਕਰੋੜ ਦੀ ਵਿਵਸਥਾ। ਔਰ ਨਾਲ ਲੋਕ ਇਹ ਪੁੱਛਦੇ ਨੇ ਕਿ ਜਿਨ੍ਹਾਂ ਨੇ ਸਾਡਾ ਸਾਰਾ ਕੁਝ ਹੀ ਤਬਾਹ ਕਰਤਾ, ਗੰਗਾ ਮੈਲੀ ਕਰਤੀ, ਸਤਲੁਜ ਖਤਮ ਕਰਤਾ ਤੇ ਹਰ ਰੋਜ਼ ਜਿਹੜਾ ਹੈ ਪੋਲਿਊਸ਼ਨ ਫੈਲਾਉਂਦੀਆਂ ਨੇ ਵੱਡੀਆਂ ਵੱਡੀਆਂ ਇੰਡਸਟਰੀਆਂ। ਪਰਾਲੀ ਦਾ 6% ਤੇ ਉਹਨਾਂ ਦਾ 56% ਹਿੱਸਾ ਹੈ। ਉਹਨਾਂ ਨੂੰ ਕਿੰਨਾ ਕੁ ਜੁਰਮਾਨਾ ਕੀਤਾ ਗਿਆ, ਉਹਨਾਂ ਤੇ ਕਿੰਨੀ ਕੁ ਸਖਤੀ ਕੀਤੀ ਗਈ, ਉਹ ਬਹੁਤ ਵੱਡੇ ਸਵਾਲ ਨੇ। ਔਰ ਕਿਸਾਨਾਂ ਨਾਲ ਜਦੋਂ ਮੇਰੀ ਗੱਲ ਹੋਈ ਉਹ ਕਹਿੰਦੇ ਇਹ ਇੱਕ ਹੋਰ ਜਿਹੜਾ ਮਸਲਾ ਖੜਾ ਕਰਤਾ, ਸਾਡੀ ਬਾਂਹ ਮਰੋੜਨ ਲਈ ਇਹ ਆ ਗਏ। ਸਾਨੂੰ ਜੋ ਕੋਰਟ ਨੇ ਕਿਹਾ ਸੀ ਉਹ ਨਹੀਂ ਦਿੱਤਾ, ਸਰਕਾਰ ਨੇ ਨਹੀਂ ਦਿੱਤਾ, ਕੋਵਿਡ ਦੇ ਬਹਾਨੇ ਨਾਲ ਸਾਨੂੰ ਕੁਝ ਦਿਓ ਤਾਂ ਸਹੀ, ਅਸੀਂ ਪਰਾਲੀ ਨਹੀਂ ਸਾੜਾਂਗੇ, ਸਾਡਾ ਸ਼ੌਕ ਹੈ ਸਾੜਨਾ। ਬਹੁਤ ਸਾਰੇ ਵੱਡੇ ਜਿਹੜੇ ਫੈਸਲੇ ਕਰਨ ਵਾਲੇ ਪਏ ਨੇ। ਔਰ ਇੱਕ ਹੋਰ ਦੱਸਾਂ ਕਿ ਹੁਣੇ ਜਦੋਂ ਮੈਂ ਤੁਹਾਡੇ ਕੋਲ ਆ ਰਿਹਾ ਸੀ ਉਸੇ ਵੇਲੇ ਆਮ ਆਦਮੀ ਪਾਰਟੀ ਦਾ ਇੱਕ ਵਫਦ ਉਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ 'ਚ ਰਾਜਪਾਲ ਨੂੰ ਮਿਲਿਆ। ਜੋ ਮੈਂ ਸਾਰੀਆਂ ਗੱਲਾਂ ਕਹੀਆਂ ਨੇ, ਲਗਭਗ ਇਹ ਸਾਰੀਆਂ ਗੱਲਾਂ ਰਾਜਪਾਲ ਸਾਹਿਬ, ਗਵਰਨਰ ਸਾਹਿਬ, ਜੋ ਕੇਂਦਰ ਦੇ ਇੱਥੇ ਸਮਝੋ ਜਰਨੈਲ ਨੇ, ਉਹਨਾਂ ਨੂੰ ਕਹੀਆਂ। ਔਰ ਗਵਰਨਰ ਸਾਹਿਬ ਨੇ ਕੀ ਕਰਨਾ ਹੈ ਇਹ ਤਾਂ ਅੱਗੇ ਵੀ ਕਈ ਵਾਰੀ ਗੱਲ ਹੋ ਚੁੱਕੀ ਹੈ ਸਾਡੀ। ਪਰ ਇੱਕ ਗੱਲ ਬੜੀ ਹੈ, ਅਹਿਮ ਹੈ, ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਆਬਜੈਕਸ਼ਨ ਹੈ, ਆਪਣਾ ਇਤਰਾਜ਼ ਹੈ ਇਸ ਮਾਮਲੇ 'ਚ ਵੀ, ਔਰ ਦੂਜੇ ਪਾਸੇ RDF ਦੇ ਮਾਮਲੇ ਵਿੱਚ, ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਵਿੱਚ ਅੱਜ ਮਿਲ ਕੇ ਦਰਜ ਕਰਾਇਆ। ਹੋਰ ਬਹੁਤ ਸਾਰੇ ਸਿਆਸੀ ਟਿੱਪਣੀਆਂ ਆਈਆਂ ਨੇ। ਇਹ ਤੇ ਆਪਾਂ ਗੱਲ ਕਰਨੀ ਹੈ ਕਿ ਕਿਸਾਨ ਕੀ ਸੋਚਦੇ ਨੇ ਇਹ ਜਿਹੜਾ ਹਵਾ ਪ੍ਰਦੂਸ਼ਣ ਨੂੰ ਲੈ ਕੇ
ਕਰੋੜਾਂ ਰੁਪਏ ਇਕੱਠੇ ਕਰਨ ਨੂੰ ਫਿਰਦੀ ਹੈ ਸਰਕਾਰ, ਜਾਂ ਪੰਜਾਬ ਦੇ ਕਿਸਾਨਾਂ ਦੀ ਬਾਂਹ ਮਰੋੜਨ ਨੂੰ ਫਿਰਦੀ ਹੈ, ਜਾਂ ਪੰਜਾਬ ਦੇ ਕਿਸਾਨ ਇਹ ਕਹਿੰਦੇ ਨੇ ਇਹ ਅਸਲ ਵਿੱਚ ਸਾਡੇ ਲਈ ਬਣਾਇਆ, ਪਰਾਲੀ ਤਾਂ ਅਸੀਂ ਸਾੜ ਰਹੇ ਹਾਂ ਨਾ ਇਹਨਾਂ ਦਿਨਾਂ 'ਚ, ਸਾਨੂੰ ਦੇ ਕੁਛ ਨਹੀਂ ਰਹੇ, ਅਸੀਂ ਜੇਲ੍ਹ 'ਚ ਜਾਣ ਨੂੰ, ਤੇ ਬੜਾ ਕੁਝ ਚੱਲ ਰਿਹਾ ਹੈ, ਉਹ ਤੇ ਗੱਲ ਕਰਨੀ ਹੈ। ਤੇ ਸਾਡੇ ਨਾਲ ਗੱਲ ਕਰਨ ਲਈ ਅੱਜ ਸਾਡੇ ਨਾਲ ਸ਼ਾਮਲ ਨੇ ਸਰਦਾਰ ਨਾਜਰ ਸਿੰਘ ਮਾਨਸਾਹੀਆ ਸਾਹਿਬ, MLA ਨੇ ਮਾਨਸਾ ਤੋਂ, ਪਰ ਅੱਜ ਸਾਡੇ ਨਾਲ ਸ਼ਾਮਲ ਨੇ ਇੱਕ ਮਾਹਰ ਦੇ ਤੌਰ ਤੇ, ਪੋਲਿਊਸ਼ਨ ਬੋਰਡ ਦੇ, ਪੰਜਾਬ ਪੋਲਿਊਸ਼ਨ ਬੋਰਡ ਦੇ ਵਿੱਚ ਵੱਡੇ ਅਫਸਰ ਰਹੇ ਨੇ, ਲੰਬੇ ਸਮੇਂ ਤੱਕ ਰਹੇ ਨੇ, ਔਰ ਉਹਨਾਂ ਨੂੰ ਇਹ ਸਾਰੇ ਜਿਹੜੇ ਇਨ ਐਂਡ ਆਊਟਸ ਪਤਾ ਹੈ, ਉਹਨਾਂ ਤੋਂ ਆਪਾਂ ਗੱਲ ਕਰਾਂਗੇ। ਤੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ, ਕਾਂਗਰਸ ਵੱਲੋਂ ਸਰਦਾਰ ਸੁਖਦੇਵ ਸਿੰਘ ਰੋਪੜ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਆਖੜੀ ਸਾਹਿਬ, ਭਾਰਤੀ ਜਨਤਾ ਪਾਰਟੀ ਵੱਲੋਂ ਅਵਤਾਰ ਸਿੰਘ ਮੰਡ, ਔਰ ਐਡਵੋਕੇਟ ਦਿਨੇਸ਼ ਚੱਡਾ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਮੈਂ ਗੱਲ ਸ਼ੁਰੂ ਕਰਦਾ ਮਾਨਸਾਹੀਆ ਸਾਹਿਬ ਤੁਹਾਡੇ ਤੋਂ। ਇਹ ਹੈ ਕਿ ਪੰਜਾਬ ਹੈ ਵਿਚਾਲੇ ਹਰਿਆਣਾ ਹੈ, ਇਹ ਦਿੱਲੀ ਵਾਲੇ ਸਾਨੂੰ ਕਿਉਂ ਕਹਿੰਦੇ ਨੇ ਕਿ ਪੰਜਾਬ ਹੀ ਪਰਾਲੀ ਸਾੜਨ ਕਰਕੇ ਜਿਹੜਾ ਹੈ ਪ੍ਰਦੂਸ਼ਣ ਹੁੰਦਾ ਹੈ, ਔਰ ਪੰਜਾਬ ਤੇ ਇੰਨਾ ਕਿਉਂ ਫੋਕਸ ਕੀਤਾ ਜਾਂਦਾ ਹੈ? ਇਹ ਗੱਲ ਸਾਨੂੰ ਥੋੜੀ ਸਮਝਾਓ, ਫਿਰ ਅਸੀਂ ਜਾਵਾਂਗੇ ਪੋਲੀਟੀਕਲ ਜਿਹੜੇ ਸਾਡੇ ਮੈਂਬਰਸ ਨੇ, ਪੈਨਲ ਦੇ ਮੈਂਬਰਸ ਨੇ, ਉਹਨਾਂ ਕੋਲ। ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟੀਵੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਪਬਲਿਕ ਦੇ। ਤੇ ਨਾਲ ਇੱਕ ਜਿਹੜੀ ਪੋਲਿਊਸ਼ਨ ਦੀ ਸਮੱਸਿਆ ਹੈ, ਇਹ ਕੋਈ ਅੱਜ ਦੀ ਸ਼ੁਰੂ ਨਹੀਂ ਹੋਈ। ਜਿੰਨੀਆਂ ਸਮੱਸਿਆਵਾਂ ਆਪਾਂ ਫੇਸ ਕਰਦੇ ਹਾਂ, ਚਾਹੇ ਪੋਲਿਊਸ਼ਨ ਨਾਲ ਰਿਲੇਟਡ ਵਾਟਰ ਪੋਲਿਊਸ਼ਨ ਹੈ, ਫਿਰ 에ਅਰ ਪੋਲਿਊਸ਼ਨ ਹੈ, ਫਿਰ ਹਜ਼ਾਰਡਸ ਵੇਸਟ ਹੈ, ਬਾਇਓਮੈਡੀਕਲ ਵੇਸਟ ਹੈ, ਹੋਰ ਕਿੰਨੇ ਆਪਣੇ ਰੇਡੀਓ ਐਕਟਿਵ ਵਗੈਰਾ ਜਿੰਨਾ ਆਪਾਂ ਮਟੀਰੀਅਲ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਤਾਂ ਹੁਣ ਜਿੰਨੀ ਵੇਸਟ ਹੈ ਜਨਰੇਟ ਹੋ ਰਹੀ ਹੈ, ਇਹਦੇ ਵਿੱਚ ਆਪਣੇ ਇਲੈਕਟ੍ਰੋਨਿਕ ਵੇਸਟ ਹੈ ਜਾਂ ਕੋਈ ਹੋਰ ਹੈ, ਉਹ ਵੀ ਇੱਕ ਸੋਰਸ ਆਫ ਪੋਲਿਊਸ਼ਨ ਬਣ ਗਈ ਹੈ, ਸਾਡੇ ਲਈ ਹੈਲਥ ਹੈਜ਼ਰਡ ਬਣ ਗਈ ਹੈ। ਪਰ ਸਦੀਆਂ ਤੋਂ ਹੁੰਦੀ ਪੋਲਿਊਸ਼ਨ ਨੂੰ ਰੋਕਣ ਲਈ ਜੇ ਸਰਕਾਰਾਂ ਨੇ ਸਾਰਥਕ ਕਦਮ ਚੁੱਕੇ ਨੇ, ਤਾਂ ਇਹ ਕਹਾਣੀ 1974 ਤੋਂ ਸ਼ੁਰੂ ਹੁੰਦੀ ਹੈ ਪੰਜਾਬ 'ਚ, ਜਦੋਂ ਵਾਟਰ ਐਕਟ 1974 ਪਾਰਲੀਮੈਂਟ ਨੇ ਇਨੈਕਟ ਕੀਤਾ ਪਾਣੀ ਦੀ ਪੋਲਿਊਸ਼ਨ ਨੂੰ ਰੋਕਣ ਵਾਸਤੇ। ਤਾਂ 1981 'ਚ ਫਿਰ 에ਅਰ ਐਕਟ 1981 ਵੀ ਇਨੈਕਟ ਕੀਤਾ ਪਾਰਲੀਮੈਂਟ ਨੇ ਤੇ ਪੰਜਾਬ ਦੇ ਵਿੱਚ ਲਾਗੂ ਕੀਤਾ। ਉਸ ਐਕਟ ਦੇ ਅੰਡਰ ਸਾਰਾ ਪੰਜਾਬ 에ਅਰ ਪੋਲਿਊਸ਼ਨ ਕੰਟਰੋਲ ਏਰੀਆ ਡਿਕਲੇਅਰ ਕੀਤਾ ਸਰਕਾਰ ਨੇ। ਇਹਨਾਂ ਐਕਟਸ ਦੇ ਨਾਲ ਵੀ, ਇਹ ਕਾਨੂੰਨਾਂ ਨਾਲ ਜਦੋਂ ਸੈਟੀਸਫੈਕਸ਼ਨ ਲੋਕਾਂ ਦੀ ਕੁਛ ਹੱਦ ਤੱਕ ਨਹੀਂ ਹੋਈ, ਤਾਂ এনवायरमेंट ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਲੈ ਕੇ ਆਂਦਾ, ਜਿਹੜਾ ਕਿ ਇੰਬਰੇਲਾ ਐਕਟ ਹੈ ਇੱਕ ਸਾਰੇ ਐਕਟਾਂ ਦੇ ਉੱਪਰ ਦੀ। ਤੇ ਉਸ ਐਕਟ ਦੇ ਅੰਡਰ ਬੜੀਆਂ ਪ੍ਰੋਵੀਜ਼ਨਸ ਨੇ, ਉਹ ਰੂਲਸ ਬਣੇ, ਬਾਇਓਮੈਡੀਕਲ ਵੇਸਟ ਰੂਲਸ, ਹਜ਼ਾਰਡਸ ਵੇਸਟ ਮੈਨੇਜਮੈਂਟ ਰੂਲਸ, ਨਾਲ ਜਿਹੜੀ ਬੈਟਰੀ ਮੈਨੇਜਮੈਂਟ ਰੂਲਸ, ਔਰ ਇਲੈਕਟ੍ਰੋਨਿਕ ਵੇਸਟ ਮੈਨੇਜਮੈਂਟ ਰੂਲਸ, ਕਾਫੀ ਚੀਜ਼ਾਂ, ਕਾਫੀ ਰੂਲ ਆਏ। ਤਾਂ ਕੋਈ ਇਹ ਨਹੀਂ ਹੈ ਵੀ ਇਹ ਬੜਾ ਸਟ੍ਰਿੰਜੈਂਟ ਜਿਹੜਾ ਆਰਡੀਨੈਂਸ ਹੈ ਸਰਕਾਰ ਨੇ ਜਾਰੀ ਕੀਤਾ ਹੈ। ਜਿਹੜੇ ਪਹਿਲਾਂ ਵੀ ਐਕਟ ਸੀ ਉਹਨਾਂ ਦੇ ਵਿੱਚ ਪ੍ਰੋਵੀਜ਼ਨਸ ਸੀਆਂ ਨੇ, ਕੈਦ ਦੀ ਵੀ ਹੈ, ਜੁਰਮਾਨੇ ਦੀ ਵੀ ਹੈ। ਮਾਨਸਾਹੀਆ ਸਾਹਿਬ, ਪਹਿਲਾਂ ਐਕਟ ਦੇ ਵਿੱਚ 1 ਕਰੋੜ ਰੁਪਏ ਦੀ ਜੁਰਮਾਨੇ ਦੀ ਵਿਵਸਥਾ ਸੀ। ਵਾਟਰ ਐਕਟ ਦੇ ਵਿੱਚ ਬੇਸ਼ੱਕ 1 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਪ੍ਰੋਵੀਜ਼ਨ ਸੀ, ਜਿਹੜਾ ਕਿ ਇਨ ਕੇਸ ਆਫ ਕੰਟੀਨਿਊਸ ਆਫ ਦੈਟ ਪੋਲਿਊਸ਼ਨ ਜਾਂ ਉਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ 5000 ਰੁਪਏ ਪਰ ਡੇ ਵੀ ਵਸੂਲਿਆ ਜਾ ਸਕਦਾ ਸੀ ਉਸ 1 ਲੱਖ ਤੋਂ ਇਲਾਵਾ। ਤੇ ਨਾਲ ਸਟ੍ਰਿੰਜੈਂਟ, ਹਾਂਜੀ ਹਾਂ। ਪਰ ਜਦੋਂ 1974 ਚ ਜਦੋਂ ਇਹ ਫਾਈਨ ਪ੍ਰੈਸਕ੍ਰਾਈਬ ਕੀਤੇ ਸੀ ਐਕਟ ਦੇ ਅੰਡਰ, ਤਾਂ ਉਦੋਂ 1 ਲੱਖ ਰੁਪਇਆ ਹੀ ਬਹੁਤ ਹੁੰਦਾ ਸੀ। ਆਪਾਂ ਸਾਲ ਵੀ ਤਾਂ ਦੇਖੋ ਨਾ ਜੀ, ਹੁਣ 26 ਸਾਲ ਤੇ 20 ਸਾਲ ਉੱਪਰ ਅਗਲੀ ਸਦੀ ਦੇ ਹੋ ਗਏ, 46 ਸਾਲ ਪਹਿਲਾਂ ਦੀ ਗੱਲ ਕਰਦੇ ਆਪਾਂ। ਉਹ ਇਸ ਤਰ੍ਹਾਂ ਸੀਗਾ ਵੀ ਜਿਹੜੀ ਜੁਰਮਾਨਾ ਕਰਨ ਦੀ ਪਾਵਰ ਸੀ ਉਹ ਕੋਰਟਸ ਦੀ ਸੀ। ਕੋਰਟਾਂ ਦੇ ਵਿੱਚੋਂ ਇਹ ਸੀਗਾ ਵੀ 1 ਲੱਖ ਰੁਪਏ ਵੱਧ ਤੋਂ ਵੱਧ ਜੁਰਮਾਨਾ ਕੀਤਾ ਜਾ ਸਕਦਾ, ਪਰ ਕੋਰਟ ਦੀ ਮਰਜ਼ੀ ਹੁੰਦੀ ਸੀ, ਉਹ ਘੱਟ ਜੁਰਮਾਨਾ ਕਰਕੇ ਵੀ ਛੱਡ ਦਿੰਦੇ ਸੀ। 5000, 10000, 15000, ਜਿੰਨੀ ਕੁ ਪ੍ਰੋਵੀਜ਼ਨ ਸੀ ਉਸ ਵੇਲੇ, ਜਿਹੜੀ ਮਤਲਬ ਕੋਰਟ ਦੇ ਵਿੱਚ ਜੋ ਕੇਸ ਜਾਂਦੇ ਸੀ, ਪ੍ਰੋਸੀਕਿਊਸ਼ਨ ਫਾਈਲ ਕਰਨੀ ਪੈਂਦੀ ਸੀ। ਤਾਂ ਹੁਣ ਜਿਹੜੀ ਇਹ 1 ਕਰੋੜ ਰੁਪਏ ਦੀ ਪ੍ਰੋਵੀਜ਼ਨ ਦੀ ਆਪਾਂ ਰੱਖੀ ਹੈ, ਨੋ ਡਾਊਟ ਪੋਲਿਊਸ਼ਨ ਲੈਵਲ ਜਿਹੜਾ ਇੰਨਾ ਵੱਧ ਚੁੱਕਿਆ, ਖਾਸ ਕਰਕੇ 에ਅਰ ਦੇ ਵਿੱਚ, ਵੀ ਇਸ ਵੇਲੇ ਸਾਹ ਲੈਣਾ ਔਖਾ ਹੋ ਗਿਆ ਹੈ। ਇਸ ਵਾਰੀ ਖਤਰਾ ਹੋਰ ਵੀ ਗੰਭੀਰ ਹੈ, ਕਿਉਂਕਿ ਪੰਜਾਬ ਦਾ ਕਿੰਨਾ ਹਿੱਸਾ ਹੈ ਪੋਲਿਊਸ਼ਨ ਫੜਾਉਣ ਚ ਤੁਹਾਡੇ ਮੁਤਾਬਕ? ਦੇਖੋ, ਪੰਜਾਬ ਦੇ ਵਿੱਚ ਜਿੱਥੇ ਤੱਕ ਪੋਲਿਊਸ਼ਨ ਦੀ ਗੱਲ ਹੈਗੀ ਹੈ, ਆਪਣੇ ਜੋ
ਸਟੈਂਡਰਡਸ ਪ੍ਰੈਸਕ੍ਰਾਈਬ ਕੀਤੇ ਹੋਏ ਆ ਐਂਬੀਐਂਟ 에ਅਰ ਲਈ, ਉਹ ਹੈਗੇ ਆ ਜੀ, ਜੇ ਤਾਂ ਅਸੀਂ 24 ਆਵਰਸ ਲਈ ਐਕਸਪੋਜ਼ ਹੋ ਸਕਦੇ ਆ, ਉਸ ਤੋਂ ਵੱਧ ਟਾਈਮ ਲਈ ਨਾ ਹੋਣਾ ਹੋਵੇ, ਤਾਂ ਜਿਹੜਾ ਐਂਬੀਐਂਟ 에ਅਰ ਦਾ ਹੈ ਉਹ ਆਪਣੇ ਜਿਹੜੇ M25 ਪਾਰਟੀਕੂਲੇਟ ਮੈਟਰ ਹੈ, ਜਿਹੜਾ ਸਾਡੇ ਲਈ ਸਾਹ ਲੈਣ ਲਈ ਜ਼ਿਆਦਾ ਅਸੀਂ ਅੰਦਰ ਲੈ ਕੇ ਜਾਂਦੇ ਆ, ਤਾਂ ਉਹ ਸਵਾਲ 2.5 ਹੈ ਜਿਹੜਾ ਉਹ ਦਿੱਲੀ ਦਾ ਪੋਲਿਊਸ਼ਨ ਹੈ, ਤੁਹਾਡੇ ਮੁਤਾਬਕ ਪੰਜਾਬ ਉਹਦੇ ਚ ਕਿੰਨਾ ਹਿੱਸਾ ਪਾਉਂਦਾ ਹੈ? ਪੰਜਾਬ ਕਿੰਨਾ ਕੁ ਜ਼ਿੰਮੇਵਾਰ ਹੈ? ਹਾਂ, ਇਹ ਬੜਾ ਸਿਗਨੀਫੀਕੈਂਟ ਜਿਹੜਾ ਕੁਐਸਚਨ ਹੈਗਾ ਜੀ, ਬੜਾ ਇੰਪੋਰਟੈਂਟ ਕੁਐਸਚਨ ਹੈ ਵੀ ਸਾਡੀ ਕੰਟਰੀਬਿਊਸ਼ਨ, ਜਿਵੇਂ ਕਿ ਸਾਡੇ ਤੇ ਐਲੀਗੇਸ਼ਨ ਲਾਇਆ ਜਾਂਦਾ ਹੈ ਪੰਜਾਬ ਤੇ ਕਿ ਸ਼ਾਇਦ ਦਿੱਲੀ ਦੇ ਵਿੱਚ ਪੋਲਿਊਸ਼ਨ ਹੈ ਜਿਹੜਾ ਉਹ ਪੰਜਾਬ ਵੱਲੋਂ ਹੀ ਜਾਂਦਾ ਹੈ, ਪਰਾਲੀ ਨੂੰ ਅੱਗ ਲਾਉਣ ਕਰਕੇ ਜਾਂਦਾ ਹੈ, ਤਾਂ ਉਹ ਮਹਿਜ਼ ਜਣੀ ਮਤਲਬ ਕਿ ਕੁਝ ਪਰਸੈਂਟੇਜ ਹੈ, ਜਦੋਂ ਕਿ ਜਿਹੜਾ 에ਅਰ ਪੋਲਿਊਸ਼ਨ ਹੁੰਦਾ ਹੈ ਇਹ ਲੋਕਲਾਈਜ਼ਡ ਜਿਹੜੀ ਪ੍ਰੋਬਲਮ ਹੈ ਜ਼ਿਆਦਾ ਹੈ। ਜੇ ਆਪਾਂ ਦਿੱਲੀ ਤੇ ਪੰਜਾਬ ਨੂੰ ਕੰਪੇਅਰ ਕਰੀਏ ਤਾਂ ਮੇਰੇ ਖਿਆਲ 'ਚ ਦਿੱਲੀ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਪੰਜਾਬ ਨਾਲੋਂ ਕਿਤੇ ਘੱਟ ਨਹੀਂ ਹੈ, ਉੱਥੇ ਮੋਟਰ ਗੱਡੀਆਂ ਦੀ ਗਿਣਤੀ ਪੰਜਾਬ ਨਾਲੋਂ ਕਿਤੇ ਘੱਟ ਨਹੀਂ ਹੈ, ਜਿਹੜੇ ਉੱਥੇ ਵੀ ਪਾਵਰ ਪਲਾਂਟਸ ਲੱਗੇ ਨੇ, ਥਰਮਲ ਪਲਾਂਟਸ ਲੱਗੇ ਨੇ, ਉਹ ਵੀ ਪੰਜਾਬ ਦੇ ਮੁਕਾਬਲੇ 'ਚ ਉੱਥੇ ਉਨੀ ਹੀ ਪੋਲਿਊਸ਼ਨ ਫੈਲਾਉਂਦੇ ਨੇ। ਪਰ ਇੱਕ ਤਾਂ ਇਹ ਹੈ ਜੀ ਵੀ ਮਾਨ ਸਾਹਿਬ ਪਰਾਲੀ ਦਾ ਸਭ ਤੋਂ ਜ਼ਿਆਦਾ ਨਹੀਂ ਹੈ, ਆਪਾਂ ਇਸ ਗੱਲ ਨੂੰ ਮੰਨ ਕੇ ਚੱਲੀਏ। ਜ਼ਿਆਦਾ ਸਾਡਾ ਜਿਹੜਾ ਕੋਈ ਇਸ ਤਰ੍ਹਾਂ ਤਾਂ ਹੈ ਇਫੈਕਟ ਹਰਿਆਣੇ ਦੀ ਬਾਉਂਡਰੀ ਦੇ ਨਾਲ ਨਾਲ ਪੈ ਸਕਦਾ ਹੈ, ਅਪ ਟੂ ਅੰਬਾਲਾ, ਅਪ ਟੂ ਸਰਸਾ, ਪਰ ਐ ਵੀ ਹਰਿਆਣੇ ਦੇ ਵਿੱਚ ਤਾਂ ਉਨੀ ਹੀ ਪੋਲਿਊਸ਼ਨ ਪੈਦਾ ਹੁੰਦੀ ਹੈ ਪਰਾਲੀ ਨੂੰ ਸਾੜਨ ਨਾਲ ਜਿੰਨੀ ਪੰਜਾਬ ਦੇ ਵਿੱਚ ਹੁੰਦੀ ਹੈ, ਠੀਕ ਹੈ ਜੀ, ਪਰ ਸਕੁਅਰ ਕਿਲੋਮੀਟਰ ਆਪਾਂ ਲਾ ਲਈਏ। ਮਾਨ ਸਾਹਿਬ ਦੁਬਾਰਾ ਆਉਣਾ ਮੈਂ ਤੁਹਾਡੇ ਕੋਲ, ਪਹਿਲਾਂ ਮੈਂ ਜਰਾ ਟਿੱਪਣੀ ਲੈ ਲਾਂ ਇਸੇ ਗੱਲ ਤੇ ਜਿੰਨੀ ਕਿ ਤੁਸੀਂ ਦੱਸੀ ਹੈ ਸਾਨੂੰ। ਸੁਖਦੇਵ ਸਿੰਘ ਜੀ, ਪੰਜਾਬ ਦੇ ਕਿਸਾਨ ਤਾਂ ਕਹਿੰਦੇ ਸਾਡੀ ਬਾਂਹ ਮਰੋੜੀ ਹੈ, ਮਾਹਰ ਇਹ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਸਾਡੀ ਪਰਾਲੀ ਦਾ ਕੀ ਮਤਲਬ ਹੈ, ਲੇਕਿਨ ਜਿਸ ਤਰੀਕੇ ਨਾਲ ਆਰਡੀਨੈਂਸਾਂ ਦੀ ਸਰਕਾਰ ਨੇ ਇੱਕ ਨਵਾਂ ਆਰਡੀਨੈਂਸ ਲਿਆਂਦਾ, ਤੁਸੀਂ ਕੀ ਕਹੋਗੇ? ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਦੇਖੋ ਮਾਨਸ਼ਾਹੀਆ ਸਾਹਿਬ, ਗੱਲ ਸੌਰੀ ਵਾਲੀਆ ਸਾਹਿਬ, ਗੱਲ ਇਹ ਹੈ ਵੀ ਜਿਹੜੀ ਇਹ ਗੱਲ ਅੱਜ ਕਹੀ ਜਾ ਰਹੀ ਹੈ ਜਾਂ ਕੁਝ ਸਾਲਾਂ ਤੋਂ ਕਹੀ ਜਾ ਰਹੀ ਹੈ, ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਉਹ ਹਮੇਸ਼ਾ ਪਰਾਲੀ ਨੂੰ ਜਿਹੜਾ ਹੈਗਾ ਉੱਥੋਂ ਦਾ ਮੇਨ ਫੈਕਟਰ ਗਿਣ ਕੇ ਚੱਲਦੀ ਹੈ ਵੀ ਜਿਹੜੀ ਸਾਡੀ ਪੋਲਿਊਸ਼ਨ ਹੈ ਇਹ ਸਾਡੀ ਪਰਾਲੀ ਕਰਕੇ ਹੈ। ਉੱਥੋਂ ਦੇ ਮੁੱਖ ਮੰਤਰੀ ਸਾਹਿਬ ਵੀ ਦਿਖਾਉਂਦੇ ਰਹਿੰਦੇ ਆ, ਦੇਖੋ ਜੀ ਮੈਂ ਸੈਟੇਲਾਈਟ ਤੇ ਦਿਖਾ ਰਿਹਾ ਕਿੰਨੀ ਕਿੰਨੀ ਅੱਗ ਲੱਗੀ ਹੋਈ ਹੈ। ਔਰ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਲੇਟੈਸਟ ਜੇ ਤੁਸੀਂ ਪੜ੍ਹੋ, ਡਾਕਟਰ ਪ੍ਰਭਜੋਤ ਕੌਰ ਨੇ, ਸਾਡੇ ਪ੍ਰਭਜੋਤ ਕੌਰ ਸਿੱਧੂ ਜਿਹੜੇ ਹੈਡ ਆਫ ਦੀ ਡਿਪਾਰਟਮੈਂਟ ਨੇ PAU 'ਚ, ਉਹਨਾਂ ਦੀ ਇੱਕ ਲੇਟੈਸਟ ਸਟੱਡੀ ਆਈ ਹੈ। ਉਹ ਸਟੱਡੀ ਇਹ ਕਹਿੰਦੀ ਹੈ ਵੀ ਪੰਜਾਬ ਦਾ ਪੋਲਿਊਸ਼ਨ ਦਾ ਪਰਾਲੀ ਦਾ ਤਾਂ 1% ਵੀ ਕਿ ਉੱਥੇ ਕੰਟਰੀਬਿਊਟ ਨਹੀਂ ਕਰਦਾ। ਉਹ ਕਹਿੰਦੇ ਪਿਛਲੇ ਮੈਂ 3 ਸਾਲਾਂ ਦਾ ਜਿਹੜਾ ਡਾਟਾ ਇਕੱਠਾ ਕੀਤਾ ਹੈ, 3 ਸਾਲਾਂ ਦਾ ਮੈਂ ਰਿਕਾਰਡ ਚੈੱਕ ਕੀਤਾ ਵੀ ਨਾ ਤਾਂ ਸਾਡੀਆਂ ਹਵਾਵਾਂ ਉੱਧਰ ਨੂੰ ਚੱਲਦੀਆਂ ਨੇ, ਨਾ ਹੀ ਸਾਡੀ ਪਰਾਲੀ ਦਾ ਕੋਈ ਉੱਥੇ ਜਾ ਕੇ ਕੋਈ ਕੰਟੈਕਟ ਲਿੰਕ ਹੁੰਦਾ ਇਸ ਕਿਸਮ ਦਾ। ਮੈਂ ਉਹਦਾ ਇੱਕ ਉਦਾਹਰਨ ਦੇਣ ਲੱਗਿਆ ਵੀ ਜੇ ਅੱਜ ਤੁਸੀਂ AQI ਜਿਹੜਾ ਅਸੀਂ ਕਹਿ ਦਿੰਦੇ ਆ, ਜਿਹੜਾ ਸਾਡਾ 에ਅਰ ਕੁਆਲਿਟੀ ਇੰਡੈਕਸ ਹੈ, ਤੁਸੀਂ ਦਿੱਲੀ ਦਾ ਚੈੱਕ ਕਰ ਲਓ, ਤੁਸੀਂ ਪੰਜਾਬ ਦਾ ਚੈੱਕ ਕਰ ਲਓ, ਪੰਜਾਬ ਨਾਲੋਂ ਦਿੱਲੀ ਦਾ ਦੁੱਗਣਾ ਹੈ। ਸਾਡਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਪਰਾਲੀ ਦੇ ਕੇਸ ਆਉਂਦੇ ਆ ਅੱਗ ਲੱਗਣ ਦੇ, ਠੀਕ ਹੈ। ਉੱਥੋਂ ਦਾ ਜਿਹੜਾ ਅੱਜ ਦਾ AQI ਹੈ 200 ਹੈ ਤੇ ਦਿੱਲੀ ਦਾ 400 ਹੈ ਤੇ ਹਰਿਆਣੇ ਦਾ ਵੀ ਜ਼ਿਆਦਾ ਹੈ। ਫਿਰ ਤੁਸੀਂ ਪੰਜਾਬ ਨੂੰ ਕਿਵੇਂ ਦੋਸ਼ੀ ਗਿਣੇ ਜਾ ਸਕਦੇ ਹੋ? ਪਰ ਪੰਜਾਬ ਬਿਲਕੁਲ, ਮੈਂ ਕਿਸਾਨਾਂ ਦੀ ਗੱਲ ਨਾਲ ਸਹਿਮਤ ਹਾਂ, ਇਸ ਵੇਲੇ ਇਹ ਆਰਡੀਨੈਂਸ ਲਿਆਉਣ ਦੀ ਜਿਹੜੀ ਟਾਈਮਿੰਗ ਹੈ ਉਹ ਕਿਸਾਨਾਂ ਦੀ ਬਾਂਹ ਮਰੋੜਨ ਵਾਸਤੇ ਹੈ, ਪੰਜਾਬ ਦੇ ਮੁੱਖ ਮੰਤਰੀ ਦੀ ਬਾਂਹ ਮਰੋੜਨ ਵਾਸਤੇ ਹੈ, ਚਾਹੇ ਉਹ RDF ਕੱਟਣਾ ਹੋਵੇ, ਚਾਹੇ ਉਹ ਇਹ ਪੋਲਿਊਸ਼ਨ ਵਾਲਾ ਮਾਮਲਾ ਹੋਵੇ, ਚਾਹੇ ਰੇਲਾਂ ਬੰਦ ਕਰਨੀਆਂ ਹੋਣ, ਇਹ ਬਾਂਹ ਮਰੋੜਨ ਵਾਲਾ ਕੰਮ ਚੱਲ ਰਿਹਾ ਹੈ। ਔਰ ਇਹ ਜਿਹੜਾ ਗੱਲ ਹੈਗੀ ਸੈਂਟਰ ਦਾ ਜਿਹੜਾ ਰਵੱਈਆ ਬਿਲਕੁਲ ਠੀਕ ਨਹੀਂ ਹੈਗਾ। ਤੁਸੀਂ ਪਹਿਲਾਂ ਕਿੰਨੇ ਕਾਨੂੰਨ ਹੈ, ਪੰਜਾਬ ਦਾ ਪੋਲਿਊਸ਼ਨ ਕੰਟਰੋਲ ਬੋਰਡ, ਬਾਕੀ ਸਟੇਟਾਂ ਦਾ ਪੋਲਿਊਸ਼ਨ ਕੰਟਰੋਲ ਬੋਰਡ, ਫਿਰ ਅਸੀਂ ਉਹ ਬਣਾਤੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਾਤਾ। ਜੇ ਕੋਈ ਗੱਲ, ਜਦੋਂ ਵੀ ਕੋਈ ਗੱਲ ਮਾੜੀ ਜੀ ਆਉਂਦੀ ਹੈ ਪੰਜਾਬ ਤੇ ਆ ਜਾਂਦੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਹੋਰ ਵਾਲੀਆ ਸਾਹਿਬ ਦੇਣੀ ਚਾਹੂੰਗਾ। ਪਿੱਛੇ ਇਹਨਾਂ ਨੇ ਇੱਕ ਚਿੱਠੀ ਕੱਢਤੀ, ਲਾਗੂ ਕਰਤੀ ਵੀ 31/12/2019 ਤੱਕ ਜਿਹੜਾ ਵੀ ਕੋਈ 300 ਕਿਲੋਮੀਟਰ 'ਚ ਥਰਮਲ ਪਾਵਰ ਸਟੇਸ਼ਨ ਆਉਂਦਾ ਹੈ ਉਹ ਆਪਦੇ FGD ਸਿਸਟਮ 'ਚ ਜਾਵੇ, ਮੀਨਸ ਫਲੂ ਗੈਸਸ ਡੀਸਲਫਰਾਈਜ਼ ਕਰੇ, ਉਹ ਡਿਵਾਈਸ ਲਾਵੇ। ਉਹਦੀ ਕੀਮਤ 2 ਕਰੋੜ ਰੁਪਇਆ ਪਰ ਮੈਗਾਵਾਟ ਪੈਂਦੀ ਹੈ। ਤੁਸੀਂ ਦੱਸੋ, ਹੁਣ ਪੰਜਾਬ ਨੇ ਤਾਂ ਉਹ ਲਾਇਆ ਹੀ ਨਹੀਂ, ਨਾ ਹੀ ਹਜੇ ਇੰਨੀ ਕਪੈਸਿਟੀ ਸੀ, ਹੁਣ 5 ਕਰੋੜ ਰੁਪਇਆ ਉਹਦਾ ਜੁਰਮਾਨਾ ਪਾ ਰਹੇ ਨੇ। ਇਸ ਕਰਕੇ ਇਹ ਗੱਲ ਦੇ ਵਿੱਚ ਸਾਡੇ ਗੱਲ ਦੇ ਵਿੱਚ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਇਹ ਵਾਜਬ ਨਹੀਂ।
एकता हो रहा है ब्रेक का टाइम हो रहा है लेकिन जी गल दस रहे ने पहला मानसा जी साहब ने दसी देखो मैं याद करावां तुहानूं अज तक जी रिपोर्ट आई है 21,666 ਜਿਹੜੇ ਪਰਾਲੀ ਸਾੜਨ ਦੇ ਕੇਸ ਹੋਏ ਨੇ 75 ਲੱਖ ਰੁਪਇਆ ਜੁਰਮਾਨਾ ਪੰਜਾਬ ਦੀ ਗੱਲ ਕਰ ਰਿਹਾ ਮੈਂ ਔਰ ਇੱਕ ਗੱਲ ਜਿਹੜੀ ਇਹ ਵੀ ਕਹੀ ਗਈ ਇਹ ਵੀ ਆਪਾਂ ਨੂੰ ਖਿਆਲ ਚ ਰੱਖਣੀ ਪੈਣੀ ਹੈ ਸਾਡੇ ਬਾਹਰ ਜਿਹੜੇ ਮਾਨਸਾਹੀਆ ਸਾਹਿਬ ਨੇ ਦੱਸਿਆ ਨਾ ਕਿ ਅੱਗੇ ਕੋਰਟ ਜੁਰਮਾਨਾ ਕਰਦਾ ਸੀ ਹੁਣ ਕੋਰਟ ਚ ਜਾ ਹੀ ਨਹੀਂ ਸਕਦੇ ਜੇ ਤੁਹਾਡੇ ਜੁਰਮਾਨਾ ਜਾਣੇ ਤਾਂ ਸੈਂਟਰ ਗ੍ਰੀਨ ਟ੍ਰਿਬਿਊਨਲ ਚ ਜਾ ਕੇ ਆਪਣੀ ਤੁਸੀਂ ਅਰਜ਼ੀ ਦੇ ਸਕਦੇ ਹੋ ਬਹੁਤ ਕੁਛ ਇਸ ਆਰਡੀਨੈਂਸ ਚ ਜਿਹੜਾ ਕਾਨੂੰਨ ਬਣ ਗਿਆ ਇੱਕੋ ਦਿਨ ਦੇ ਵਿੱਚ ਇਹ ਤੇ ਆਪਾਂ ਚਰਚਾ ਜਾਰੀ ਰੱਖਣੀ ਹੈ ਲੇਕਿਨ ਲਵਾਂਗੇ ਬ੍ਰੇਕ ਮੈਂ ਤੁਹਾਨੂੰ ਯਾਦ ਕਰਾ ਦਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਇਹ ਸਾਰਾ ਪ੍ਰੋਗਰਾਮ ਪਿਆਰੇ ਦਰਸ਼ਕੋ ਕਈ ਵਾਰੀ ਤੁਸੀਂ ਪੁੱਛ ਲੈਂਦੇ ਹੁੰਦੇ ਹੋ ਤਾਂ ਮੈਂ ਹਰ ਰੋਜ਼ ਯਾਦ ਕਰਾਉਣਾ ਹੈ ਅਸਲ ਵਿੱਚ ਇਹ ਪ੍ਰੋਗਰਾਮ ਤੁਸੀਂ ਪੂਰਾ ਜਦੋਂ ਦੇਖਣਾ ਹੈ ਤੇ ਰਾਤ ਨੂੰ 9:45 ਵਜੇ ਇਹ ਪ੍ਰੋਗਰਾਮ ਸਾਡਾ ਚੱਲਦਾ ਹੈ ਉਹ ਚ ਤੁਸੀਂ ਦੇਖੋਗੇ ਜਿਹੜੇ ਨਾਰਥ ਅਮਰੀਕਾ ਦੇ ਦਰਸ਼ਕ ਤਾਂ ਸਾਡੇ ਨਾਲ ਹੁਣ ਵੀ ਦੇਖ ਸਕਦੇ ਨੇ ਉਦੋਂ ਵੀ ਦੇਖ ਸਕਦੇ ਨੇ YouTube ਔਰ Facebook ਵੀ ਹੈ ਬਸ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਪਿਆਰੇ ਦਰਸ਼ਕੋ ਜਦੋਂ ਇਹ ਆਰਡੀਨੈਂਸ ਆਇਆ ਤੇ ਕਿਸਾਨਾਂ ਨਾਲ ਗੱਲ ਹੋਈ ਕਿ ਕਿਸਾਨ ਤੁਸੀਂ ਵੀ ਸੁਣਿਆ ਹੋਊ ਤਾਂ ਮੀਡੀਆ 'ਚ ਕਹਿ ਰਿਹਾ ਹੈ ਕਿ ਜੇ ਕਿਸੇ ਬੱਚੇ ਦੇ ਥੱਪੜ ਮਾਰੋਗੇ ਬਾਰ-ਬਾਰ ਮਾਰੋਗੇ ਤਾਂ ਬਾਗੀ ਹੋ ਜਾਂਦਾ ਹੈ ਇਸ਼ਾਰਾ ਉਹਨੇ ਬਹੁਤ ਸਪਸ਼ਟ ਕੀਤਾ ਹੈ ਕਿ ਇਹ ਕਿਸਾਨ ਨੂੰ ਤੁਸੀਂ ਨਾ ਮਾਰੋ ਜੋ ਕਿਸਾਨ ਦਾ ਹਿੱਸਾ ਤਾਂ ਦੇ ਨਹੀਂ ਰਹੇ ਜੇ ਨਾ ਤਾਂ ਸਸਤੀ ਮਸ਼ੀਨਰੀ ਨਾ ਕੋਈ ਮੁਆਵਜ਼ਾ ਕਿਸਾਨ ਤਾਂ ਤਿਆਰ ਬੈਠਾ ਉਹਨੂੰ ਕਿਹੜਾ ਸ਼ੌਕ ਹੈ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਚ ਪਈਆਂ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲਾ ਕਿਸਾਨਾਂ ਲਈ ਹੈ ਪਰ ਦੂਜੇ ਪਾਸੇ ਅਸੀਂ ਮਾਨਸਾ ਜੀ ਸਾਹਿਬ ਤੋਂ ਜੋ ਵਕਤ ਮਿਲਿਆ ਪੁੱਛਾਂਗੇ ਕਿ ਇਹਨਾਂ ਨੇ ਕਿੰਨੇ ਕੁ ਚੈਕਿੰਗ ਕੀਤੀ ਹੈ ਜਦੋਂ ਐਡੇ ਵੱਡੇ ਅਫਸਰ ਸੀ ਤੇ ਜਿਹੜੇ ਇੰਡਸਟਰੀ 'ਚ ਕਿੰਨੇ ਕੁ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਜੇ ਲੱਗੇ ਚੱਲਦੇ ਕਿੰਨੇ ਨੇ ਸਿਰਫ ਇਕੱਲੇ ਕਿਸਾਨਾਂ ਨੂੰ ਤੁਸੀਂ ਕਿਉਂ ਦੋਸ਼ੀ ਮੰਨਿਆ ਗਿਆ ਆਖੜੀ ਸਾਹਿਬ ਤੁਹਾਡੀ ਪਾਰਟੀ ਦਾ ਸਟੈਂਡ ਇਹ ਨਵੇਂ ਕਾਨੂੰਨ ਨਵੇਂ ਆਰਡੀਨੈਂਸ ਬਾਰੇ ਦੇਖੋ ਵਾਲੀਆ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਕਿਉਂਕਿ ਮੇਰਾ ਲਿੰਕ ਟੁੱਟ ਗਿਆ ਸੀ ਜਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਜਿਵੇਂ ਮਾਨਸਾ ਨੇ ਬੜੀ ਦਲੀਲ ਨਾਲ ਤੇ ਬੜੀ ਵਿਸਥਾਰ ਨਾਲ ਗੱਲ ਕਹੀ ਹੈ ਪ੍ਰਦੂਸ਼ਣ ਕਿਉਂ ਫੈਲ ਰਿਹਾ ਹੈ ਉਹਦਾ ਕਾਰਨ ਕੀ ਹੈ ਆਜ਼ਾਦ ਹੋਇਆ ਕਿਵੇਂ ਉਹਦੇ ਸਜ਼ਾ ਦਾ ਪ੍ਰਾਵਧਾਨ ਸੀ ਸਾਰਾ ਕੁਝ ਜਦੋਂ ਆਲਰੇਡੀ ਲਾਗੂ ਸੀ ਤਾਂ ਕੇਂਦਰ ਦੀ ਸਰਕਾਰ ਨੇ ਨਵਾਂ ਆਰਡੀਨੈਂਸ ਲਿਆ ਕੇ ਬਿੱਲ ਬਣਾ ਰਹੇ ਆ ਕਾਨੂੰਨ ਬਣਾ ਰਹੇ ਆ ਇਹ ਬਿਲਕੁਲ ਜਿਹਾ ਸੁਖਦੇਵ ਸਿੰਘ ਹੋਰਾਂ ਕਿ ਪੰਜਾਬ ਸੂਬੇ ਦੇ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਇਹਨੂੰ ਮਤਲਬ ਜੋ ਅੰਦੋਲਨ ਅੱਜ ਦੇਸ਼ ਵਿਆਪੀ ਹੋ ਚੁੱਕਿਆ ਹੈ ਕਿਸਾਨ ਅੰਦੋਲਨ ਜੀ ਤੋਂ ਸਰਕਾਰ ਘਬਰਾਈ ਹੋਈ ਹੈ ਕੇਂਦਰ ਦੀ ਉਹ ਕੋਈ ਨਾ ਕੋਈ ਐਸਾ ਹਥਕੰਡਾ ਵਰਤਣ ਦਾ ਯਤਨ ਕਰ ਰਹੀ ਹੈ ਕਿ ਕਿਸਾਨਾਂ ਤੇ ਪ੍ਰੈਸ਼ਰ ਬਿਲਟ ਅਪ ਕੀਤਾ ਜਾਵੇ ਮੈਂ ਦੱਸਣੀ ਚਾਹੁੰਦਾ ਹਾਂ ਕਿ ਕਿਸਾਨਾਂ ਨੇ ਅੱਜ ਤੱਕ ਘੱਟੋ ਘੱਟ ਸਵਾ ਮਹੀਨਾ ਹੋ ਗਿਆ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਪੂਰੇ ਮੁਲਕ ਦੇ ਪਹਿਲਾਂ ਪੰਜਾਬ ਚੱਲਦਾ ਸੀ ਹੁਣ ਮੁਲਕ 'ਚ ਜਾ ਵੜਿਆ ਫਿਰ ਦਿੱਲੀ ਜਾਏਗਾ ਦਿੱਲੀ ਪਤਾ ਲੱਗੇਗਾ ਕਿਸਾਨ ਕਿੱਥੇ ਖੜੇ ਆ ਤੇ ਸਰਕਾਰ ਕਿੱਥੇ ਖੜੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਆ ਅਸੀਂ ਤਾਂ ਕਿਸਾਨਾਂ ਲੇਕਿਨ ਅਕਾਲੀ ਦਲ ਚਾਹੁੰਦਾ ਹੈ ਅਕਾਲੀ ਦਲ ਚੋਣ ਦੇ ਮਾਮਲੇ ਦੇ ਉੱਤੇ ਕੋਈ ਨਾ ਕੋਈ ਬ੍ਰੇਕ ਲੱਗਣੀ ਚਾਹੀਦੀ ਹੈ ਪਰ ਕੋਈ ਐਸਾ ਆੜ ਲੈ ਕੇ ਸਰਕਾਰ ਬਿੱਲ ਲਿਆਵੇ ਆਰਡੀਨੈਂਸ ਲਿਆਵੇ ਜਿਹੜਾ ਚੋਂ ਬੂ ਆਉਂਦੀ ਹੋਵੇ ਕਿ ਮਹਿਜ 2 ਜਾਂ 1 ਸਟੇਟ ਨੂੰ ਟਾਰਗੇਟ ਕਰਕੇ ਆਰਡੀਨੈਂਸ ਲਿਆ ਕੇ ਉਹਨੂੰ ਬਿੱਲ ਬਣਾਤਾ ਵਾਲੀਆ ਸਾਹਿਬ ਜਦੋਂ ਆਲਰੇਡੀ ਲੰਬਾ ਸੀ ਮਾਮਲਾ ਸੁਪਰ ਦੇ ਕੇਸ ਨੂੰ ਮਤਲਬ 6 ਜਾਂ 5 ਤਰੀਕ ਉਹਨਾਂ ਦੀ ਨਵੰਬਰ ਦੀ ਰੱਖੀ ਸੀ ਉਦੋਂ ਪਹਿਲਾਂ ਹੀ ਇਹਨਾਂ ਨੇ ਆਜ਼ਾਦ ਕਰ ਲਿਆ ਆਰਡੀਨੈਂਸ ਦੇ ਰੂਪ ਚ ਲਿਆ ਕੇ ਰਾਸ਼ਟਰਪਤੀ ਸਾਹਿਬ ਏਡੇ ਚੰਗੇ ਆ ਭਾਰਤ ਦੇ ਉਹ 1 ਮਿੰਟ ਲਾਉਂਦੇ ਆ ਬਿਨਾਂ ਪੜ੍ਹੇ ਲਿਖੇ ਬਿਨਾਂ ਸੋਚ ਵਿਚਾਰ ਤੋਂ ਸਾਈਨ ਕਰਕੇ ਕੇਂਦਰ ਦੀ ਸਰਕਾਰ ਨੂੰ ਖੁਸ਼ ਕਰ ਔਰ ਇਹ ਚੋਂ ਬੂ ਆ ਰਹੀ ਹੈ ਰਾਜਨੀਤਿਕ ਬੂ ਆ ਰਹੀ ਹੈ ਔਰ ਮੈਂ ਸਮਝਦਾ ਕਿ ਦੇਸ਼ ਦੇ ਢਿੱਡ ਭਰਨ ਵਾਲੇ ਕਿਸਾਨ ਦੀ ਹੋਣੀ ਦਾ ਇਹ ਬਹੁਤ ਇੱਕ ਨਤੀਜਾ ਨਿਕਲ ਗਿਆ ਇਸ ਚੋਂ ਕਿ ਕਿਸਾਨ ਨੂੰ ਮਾਰਨ ਦੇ ਲਈ ਪਹਿਲਾਂ ਜਿਹੜੇ 3 ਡੈਥ ਵਾਰੰਟਾਂ ਦੇ ਰੂਪ ਚ ਕਾਲਾ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਮਾਰਨ ਦਾ ਯਤਨ ਕੀਤਾ ਜਦੋਂ ਕਿਸਾਨ ਲਾਮਬੰਦ ਹੋ ਗਏ ਪਹਿਲਾਂ ਇਕੱਲੇ ਪੰਜਾਬ ਨੂੰ ਦੇਖਦੇ ਸੀ ਪੂਰਾ ਹੁਣ ਦੇਸ਼ ਇਕੱਠਾ ਹੋ ਗਿਆ 260 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕੋਈ ਐਸਾ ਪ੍ਰੈਸ਼ਰ ਬਿਲਟਅਪ ਕੀਤਾ ਜਾਵੇ ਹੁਣ ਜਿਵੇਂ ਤੁਸੀਂ ਆਪ ਹੀ ਕਿਹਾ ਕਿ 50 ਲੱਖ ਦੇ ਕਰੀਬ ਕਿਸਾਨ ਐਸੇ ਆ ਜਿਨ੍ਹਾਂ ਕੋਲ 1 ਏਕੜ ਜਾਂ 1.5 ਏਕੜ 2 ਏਕੜ ਜ਼ਮੀਨ ਹੈ ਅਗਰ ਕੱਲ ਨੂੰ ਉਹ ਗੁਨਾਹ ਕਰਦਾ ਗਲਤੀ ਕਰਦਾ 1 ਕਰੋੜ ਦਾ ਜੁਰਮਾਨਾ ਭਰੂਗਾ ਕੌਣ
ਤੇ ਕਰੂਗਾ ਅਹਲੂਵਾਲੀਆ ਸਾਹਿਬ। ਇਹ ਡਰਾਵਾ ਹੈ, ਡਰਾ ਕੇ ਕਿਸਾਨਾਂ 'ਚ ਭੈਭੀਤ ਕਰਕੇ ਕਿਸਾਨਾਂ ਨੂੰ ਉਸ ਮਿਸ਼ਨ ਤੋਂ ਪਿੱਛੇ ਹਟਾਉਣਾ ਚਾਹੁੰਦੀ ਹੈ, ਜਿਹੜੇ ਮਿਸ਼ਨ ਲਈ ਕੇਂਦਰ ਦੇ ਸਰਕਾਰ ਨਾਲ, ਕੇਂਦਰ ਦੇ ਤਖਤ ਦੇ ਨਾਲ ਕਿਸਾਨ ਯੂਨੀਅਨਾਂ ਨੇ ਇਕੱਠੇ ਹੋ ਕੇ ਹੰਬਲਾ ਮਾਰਿਆ, ਜਿਸ 'ਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਮੁੱਚੇ ਦੇਸ਼ ਦੀਆਂ ਰਾਜਨੀਤੀਆਂ ਖੇਤਰੀ ਪਾਰਟੀਆਂ ਕਿਸਾਨਾਂ ਦੇ ਹੱਕ 'ਚ ਡਟੀਆਂ ਹੋਈਆਂ। ਇਸ ਕਰਕੇ ਕੇਂਦਰ ਦੀ ਸਰਕਾਰ ਭੈਭੀਤ ਹੋਈ ਬੈਠੀ ਹੈ। ਔਕੜੀ ਸਾਹਿਬ, ਤੁਹਾਡਾ ਨੁਕਤਾ ਆ ਗਿਆ ਸਾਡੇ ਕੋਲ। ਐਡਵੋਕੇਟ ਚੱਡਾ ਸਾਹਿਬ, ਤੁਹਾਡੀ ਪਾਰਟੀ, ਮੈਂ ਦੇਖ ਰਿਹਾ ਕਿ ਹਰਪਾਲ ਸਿੰਘ ਚੀਮਾ ਚਾਹੇ ਆਰਡੀਐਫ ਤੇ ਚਾਹੇ ਇਹ ਆਰਡੀਨੈਂਸ ਤੇ ਇਮੀਡੀਏਟ ਬੋਲ ਰਹੇ ਨੇ। ਆਰਡੀਐਫ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ, ਜੇ ਨਹੀਂ ਲੈ ਕੇ ਆਉਂਦੇ ਵੀ ਇਹਨਾਂ ਨੇ ਕਿੱਥੇ ਪੈਸਾ ਖਰਚਿਆ ਤਾਂ ਸਰਕਾਰ ਜਿਹੜੇ ਹੈ ਜਾਂਚ ਕਰਾ ਸਕਦੀ ਹੈ। ਉਸੇ ਤਰੀਕੇ ਨਾਲ ਅੱਜ ਜੋ ਗੱਲਾਂ ਲਗਭਗ ਅਸੀਂ ਹੁਣ ਕੀਤੀਆਂ ਨੇ, ਸਾਡੇ ਪੈਨਲਿਸਟ ਨੇ ਕੀਤੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਸੁਣ ਰਿਹਾ ਸੀ ਜਦੋਂ ਉਹਨਾਂ ਨੇ ਗਵਰਨਰ ਹਾਊਸ ਤੋਂ ਬਾਹਰ ਆ ਕੇ ਕੀਤੀ। ਸਾਰੇ ਐਮਐਲਏ ਵੀ ਸੀ ਉਹਨਾਂ ਦੇ ਲਗਭਗ, ਔਰ ਹਰਪਾਲ ਚੀਮਾ ਨੇ ਪ੍ਰੈਸ ਬਰੀਫਿੰਗ ਕੀਤੀ, ਪ੍ਰੈਸ ਕਾਨਫਰੰਸ ਨਾ ਕਹੀਏ ਇਹਨੂੰ, ਅਸੀਂ ਪ੍ਰੈਸ ਬਰੀਫ ਕਹਿੰਦੇ ਹੁੰਦੇ ਆ। ਉਹਨਾਂ ਨੇ ਬਰੀਫਿੰਗ ਕੀਤੀ ਪ੍ਰੈਸ ਨੂੰ, ਤਾਂ ਉਹ 'ਚ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਬਿਲਕੁਲ ਵਿਰੋਧ ਕਰ ਰਹੀ ਹੈ। ਚੱਡਾ ਸਾਹਿਬ, ਤੁਸੀਂ ਇਹ ਤੇ ਕੀ ਟਿੱਪਣੀ ਕਰੋਗੇ? ਦੇਖੋ ਵਾਲੀਆ ਜੀ, ਇਹਦੇ ਚ ਤਿੰਨ ਚਾਰ ਗੱਲਾਂ ਨੇ। ਸਭ ਤੋਂ ਪਹਿਲੀ ਗੱਲ ਤਾਂ ਕਿ ਜਿਹੜਾ ਸਮਾਂ ਹੈ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਉਣ ਦਾ, ਉਹ ਸਮਾਂ ਬਿਲਕੁਲ ਸ਼ਰੇਆਮ ਦੱਸ ਰਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਲਈ, ਉਹਨਾਂ ਨੂੰ ਡਰਾ ਕੇ ਸੰਘਰਸ਼ ਨੂੰ ਫੇਲ ਕਰਨ ਦੇ ਲਈ ਇਹ ਕਾਨੂੰਨ ਜਿਹੜਾ ਕੇਂਦਰ ਦੀ ਸਰਕਾਰ ਨੇ, ਇਹ ਆਰਡੀਨੈਂਸ ਜਿਹੜਾ ਉਹ ਲਿਆਂਦਾ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਕਰਨ ਦੀ ਬਜਾਏ ਜੇਕਰ ਇਸ ਤਰ੍ਹਾਂ ਦੇ ਡਰਾਵੇ ਦੇ ਕੇ, ਇਸ ਤਰ੍ਹਾਂ ਦੇ ਡਰਾਵਣੇ ਕਾਨੂੰਨ ਲਿਆ ਕੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ, ਤਾਂ ਉਹ ਸਾਡੀ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ। ਇਸ ਦੇ ਨਾਲ ਹੀ ਦੂਜਾ ਪੱਖ ਇਹ ਵੀ ਹੈ ਕਿ ਜਿੰਨੇ ਵੀ ਕਾਨੂੰਨ ਪਿਛਲੇ ਸਮੇਂ ਦੇ ਵਿੱਚ ਆ ਰਹੇ ਨੇ, ਅਸੀਂ ਇਹ ਪੋਲਿਊਸ਼ਨ ਵਾਲੇ ਆਰਡੀਨੈਂਸ ਦੀ ਗੱਲ ਕਰ ਲਈਏ, ਇਸ ਤੋਂ ਪਹਿਲਾਂ ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸ ਆਏ, ਬਾਅਦ ਦੇ ਵਿੱਚ ਕਾਨੂੰਨ ਬਣੇ, ਉਹਨਾਂ ਦੀ ਗੱਲ ਕਰ ਲਈਏ, ਇਹ ਇੱਕ ਟ੍ਰੈਂਡ ਬਣ ਗਿਆ ਕਿ ਲੋਕਤੰਤਰ ਫਿਰ ਹੈ ਕਿਸ ਚੀਜ਼ ਵਾਸਤੇ। ਜੇਕਰ ਸਾਰੇ ਕਾਨੂੰਨ ਜਿਹੜੇ ਹੈ ਉਹ ਆਰਡੀਨੈਂਸਿਸ ਦੇ ਰੂਪ ਵਿੱਚ ਹੀ ਆਣੇ ਹੈ, ਉਹ ਬਿਨਾਂ ਚਰਚਾ ਤੋਂ ਆਣੇ ਆ, ਬਿਨਾਂ ਲੋਕਾਂ ਦਾ ਪੱਖ ਸੁਣੇ ਤੋਂ ਆਣੇ ਆ, ਬਿਨਾਂ ਲੋਕ ਨੁਮਾਇੰਦਿਆਂ ਦਾ ਪੱਖ ਸੁਣੇ ਤੋਂ ਆਣੇ ਆ, ਫਿਰ ਉਹ ਨੈਚੁਰਲੀ ਆ ਉਹ ਕਾਨੂੰਨ ਤਾਂ ਫਿਰ ਵਨ ਸਾਈਡਡ ਹੀ ਆਣਗੇ, ਉਹ ਕਾਨੂੰਨ ਲੋਕ ਪੱਖੀ ਤਾਂ ਹੋ ਨਹੀਂ ਸਕਦੇ। ਸੋ ਇਹ ਵੀ ਇੱਕ ਬਹੁਤ ਗਲਤ ਟ੍ਰੈਂਡ ਚੱਲਿਆ ਹੋਇਆ। ਉਸੇ ਤਰੀਕੇ ਦੇ ਨਾਲ ਜਿਹੜਾ ਇਹ ਮੌਜੂਦਾ ਕਾਨੂੰਨ ਵੀ ਆਇਆ, ਜਿਹਦੇ ਵਿੱਚ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਵੀ ਬਿਨਾਂ ਚਰਚਾ ਤੋਂ ਆਇਆ। ਜੇਕਰ ਸਹੀ ਨੀਅਤ ਨਾਲ ਪੋਲਿਊਸ਼ਨ ਦੇ ਉੱਪਰ ਕੋਈ ਕਾਨੂੰਨ ਸਰਕਾਰ ਨੇ ਲੈ ਕੇ ਆਉਣਾ ਹੁੰਦਾ ਤਾਂ ਇਹ ਕੋਈ ਪੋਲਿਊਸ਼ਨ ਦੀ ਪ੍ਰੋਬਲਮ ਕੋਈ ਨਵੀਂ ਨਹੀਂ ਜਨਰੇਟ ਹੋਈ ਕਿ ਇਹ ਹੁਣੀ 10 ਦਿਨ ਪਹਿਲਾਂ ਪ੍ਰੋਬਲਮ ਜਨਰੇਟ ਹੋਈ ਹੈ ਤੇ ਹੁਣੀ ਇਹਦਾ ਹੱਲ ਕਰਨਾ ਆਰਡੀਨੈਂਸ ਲਿਆ ਕੇ। ਇਹਦੇ ਤੇ ਬੜੀ ਲੰਬੀ ਚੌੜੀ ਚਰਚਾ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਹੋ ਸਕਦੀ ਸੀ ਜੇ ਕੋਈ ਚੰਗਾ ਕਾਨੂੰਨ ਲੈ ਕੇ ਆਉਣਾ ਹੁੰਦਾ, ਪਰ ਕਿਉਂਕਿ ਇਰਾਦਾ ਕੋਈ ਸਰਕਾਰ ਦਾ ਚੰਗਾ ਕਾਨੂੰਨ ਲੈ ਕੇ ਆਉਣ ਦਾ ਹੈ ਨਹੀਂ, ਸਗੋਂ ਕਿਸਾਨਾਂ ਨੂੰ ਡਰਾਉਣ ਦਾ ਹੈ। ਉਸ ਤੋਂ ਜੇ ਮੈਂ ਅਗਲੀ ਗੱਲ ਕਰਾਂ, ਜਿਹੜੀ ਸਾਡੇ ਮੁਲਕ ਦੀ ਜਿਹੜੀ ਪਨਿਸ਼ਮੈਂਟ ਦੀ ਥਿਊਰੀ ਹੈ, ਉਹ ਰਿਫਾਰਮੇਟਿਵ ਥਿਊਰੀ ਹੈ ਕਿ ਅਸੀਂ ਗਲਤ ਹੋ ਰਹੀਆਂ ਚੀਜ਼ਾਂ ਨੂੰ ਸੁਧਾਰਨ ਦੀ ਥਿਊਰੀ ਹੈ। ਇਸੇ ਕਰਕੇ ਜੇਲ੍ਹਾਂ ਦੇ ਬਾਹਰ ਵੀ ਸੁਧਾਰ ਘਰ ਲਿਖਿਆ ਹੁੰਦਾ। ਡਿਟਰੈਂਟ ਥਿਊਰੀ ਨਹੀਂ ਹੈਗੀ, ਡਰਾਉਣ ਦੀ ਥਿਊਰੀ ਨਹੀਂ ਹੈਗੀ। ਪਰ ਜਿਹੜਾ ਇਹ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ, ਉਹ ਤਾਂ ਮੁਲਕ ਦੀ ਪਨਿਸ਼ਮੈਂਟ ਦੀ ਥਿਊਰੀ ਦੇ ਵੀ ਉਲਟ ਹੈ। ਇਹ ਆਪਣੇ ਆਪ 'ਚ ਹੀ ਦਿਖ ਰਿਹਾ ਕਿ ਸੁਧਾਰਨ ਵਾਲਾ ਨਹੀਂ ਹੈ, ਇਹ ਡਰਾਉਣ ਵਾਲਾ ਹੈ। ਸੋ ਡਰਾਉਣ ਦੇ ਨਾਲ ਕੰਮ ਨਹੀਂ ਚੱਲਣਾ। ਸੁਧਾਰਨ ਦੇ ਵਿੱਚ ਸੂਬਾ ਸਰਕਾਰਾਂ ਵੀ ਸੂਬਾ ਸਰਕਾਰਾਂ ਵੀ ਫੇਲ ਰਹੀਆਂ ਨੇ ਤੇ ਕੇਂਦਰ ਸਰਕਾਰ ਵੀ ਫੇਲ ਰਹੀ ਹੈ, ਕਿਉਂਕਿ ਹੁਣ ਤੱਕ ਪਰਾਲੀ ਦਾ ਹੱਲ ਕੀ ਕਰਨਾ, ਪਰਾਲੀ ਬਾਰ-ਬਾਰ ਕਿਸਾਨ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਨੇ, ਕਿਸਾਨ ਜਥੇਬੰਦੀਆਂ ਬਾਰ-ਬਾਰ ਕਹਿ ਰਹੀਆਂ ਨੇ ਕਿ ਅਸੀਂ ਪੰਡਾ ਬੰਨ ਕੇ ਰੱਖ ਦਿੰਦੇ ਆ, ਸਾਡੇ ਕੋਲ ਮੁਫਤ ਦੇ ਵਿੱਚ ਪਰਾਲੀ ਚੱਕ ਲਓ, ਉਹਨੂੰ ਪਰਾਲੀ ਨੂੰ ਕਿਤੇ ਵਰਤ ਲਓ, ਉਹਦੀਆਂ ਕਾਫੀ ਚੀਜ਼ਾਂ ਜਿਹੜੀਆਂ ਬਣ ਸਕਦੀਆਂ ਨੇ। ਉਸ ਪਾਸੇ ਵੱਲ ਜਿਹੜੀ ਗਵਰਨਮੈਂਟ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਸਗੋਂ ਨਾ ਹੀ ਧਿਆਨ ਐਨਜੀਟੀ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਦਿੱਤਾ। ਜੇ ਅਸੀਂ ਵਾਲੀਆ ਜੀ ਸਪੈਸੀਫਿਕ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜਾ ਬਠਿੰਡਾ ਥਰਮਲ ਬੰਦ ਹੋਇਆ, ਪੰਜਾਬ ਨੂੰ ਐਡਾ ਵੱਡਾ ਘਾਟਾ ਪਿਆ, ਉਹਦੇ ਬੋਰਡ ਆਫ ਡਾਇਰੈਕਟਰਸ ਨੇ ਕਿਹਾ ਕਿ ਇਹ ਜਿਹੜਾ ਥਰਮਲ ਹੈ ਉਹ ਪਰਾਲੀ ਦੇ ਉੱਪਰ ਜਿਹੜਾ ਚਲਾਇਆ ਜਾ ਸਕਦਾ, ਥਰਮਲ ਵੀ ਚੱਲਦਾ ਰਹੇਗਾ ਔਰ ਕਿਤੇ ਨਾ ਕਿਤੇ ਜਿਹੜੀ ਪਰਾਲੀ ਦੀ ਸਮੱਸਿਆ ਉਹ ਵੀ ਹੱਲ ਜਿਹੜੀ ਹੋ ਸਕਦੀ ਹੈ। ਸਾਹਿਬ, ਤੁਹਾਡੇ 2 ਪੁਆਇੰਟ ਬਹੁਤ ਵਧੀਆ ਨੇ। ਆ ਜਿਹੜੀ ਤੁਸੀਂ ਗੱਡਾ ਬੰਨਣ ਦੀ ਗੱਲ ਕੀਤੀ ਆ, ਇਹ ਪੈਸਾ ਕੌਣ ਦੇਊਗਾ? ਏਕੜ 'ਚ 2000 ਰੁਪਏ ਦਾ ਗੰਡਾ ਬੰਨਣ ਤੇ ਖਰਚ ਆ ਜਾਂਦਾ ਹੈ। ਕਿਸਾਨਾਂ ਦੀ ਮਸਲਾ ਵੱਡਾ, ਕਿਸਾਨਾਂ ਦਾ, ਉਹਨਾਂ ਦੀ ਕੋਈ ਸੁਣਨ ਨੂੰ ਤਿਆਰ ਨਹੀਂ।
ਐਡਵੋਕੇਟ ਚੱਡਾ ਦੀ ਇੱਕ ਗੱਲ ਬਹੁਤ ਅਹਿਮ ਹੈ ਪਿਆਰੇ ਦਰਸ਼ਕੋ, ਜਿਹੜੀ ਤੁਸੀਂ ਹੁਣ ਸੁਣੀ ਹੋਵੇਗੀ ਕਿ ਇਹ ਕਿਸਾਨ ਸਾਡੇ ਨੇ, ਦੇਸ਼ ਦਾ ਢਿੱਡ ਭਰਦੇ ਨੇ, ਆਪਣੀ ਧਰਤੀ ਨੂੰ ਬਿਮਾਰ ਕਰਕੇ ਦੇਸ਼ ਦਾ ਢਿੱਡ ਭਰਿਆ ਇਹਨਾਂ ਨੇ। ਜਦੋਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਦੇਸ਼ ਭੁੱਖਾ ਮਰ ਰਿਹਾ ਹੈ, ਜਦੋਂ ਉਹਨਾਂ ਨੇ ਕਿਹਾ ਇੱਕ ਦਿਨ ਦਾ ਵਰਤ ਰੱਖੋ, ਖਾਣ ਨੂੰ ਨਹੀਂ ਸੀ ਸਾਡੇ ਕੋਲ, ਮੈਂ ਦੇਖਿਆ ਸੋਮਵਾਰ ਦਾ ਵਰਤ ਹੁੰਦਾ ਸੀ, ਤੇ ਉਹਨਾਂ ਦਿਨਾਂ 'ਚ ਸਾਡੇ ਕਿਸਾਨਾਂ ਨੇ ਉਹਨਾਂ ਦਾ ਢਿੱਡ ਭਰਿਆ। ਤੇ ਜੇ ਹੁਣ ਉਹਨਾਂ ਨੂੰ ਪਨਿਸ਼ਮੈਂਟ ਲਈ ਗੱਲ ਹੈ, ਤੁਸੀਂ ਪਰਾਲੀ ਸਾੜਨ ਤੋਂ ਰੋਕਣਾ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਦੇ ਦਿਓ। ਸਰਕਾਰਾਂ ਉਸ ਪਾਸੇ ਤਾਂ ਆ ਨਹੀਂ ਰਹੀਆਂ। ਬਹੁਤ ਵੱਡਾ ਜਿਹੜਾ ਮਸਲਾ ਹੈ ਇਹ ਐਡਵੋਕੇਟ ਚੱਡਾ ਦਾ, ਤੁਹਾਡਾ ਇਹ ਪੁਆਇੰਟ ਬਹੁਤ ਵੈਲਿਡ ਹੈ। ਆਪਾਂ ਪੁੱਛਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਜਿਹੜੇ ਸਾਡੇ ਨਾਲ ਨੁਮਾਇੰਦੇ ਨੇ। ਹਾਂਜੀ ਮੰਡ ਸਾਹਿਬ, ਤੁਸੀਂ ਸਾਰੀ ਗੱਲ ਨੂੰ ਕਿਵੇਂ ਲੈਂਦੇ ਹੋ? ਬਾਰੇ ਸਾਹਿਬ, ਪਹਿਲਾਂ ਤਾਂ ਸਭ ਤੋਂ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਸਾਰੇ ਤੁਹਾਡੇ ਦਰਸ਼ਕਾਂ ਦਾ, ਚੜ੍ਹਦੀ ਕਲਾ ਦੇ। ਔਰ ਮੈਂ ਇਦਾਂ ਮਹਿਸੂਸ ਕਰਦਾ ਵੀ ਜਿੱਦਾਂ ਪਹਿਲਾਂ ਹੀ ਮੈਨੂੰ ਗਿਲਟੀ ਕਰਤਾ ਗਿਆ, ਪਰ ਮੈਂ ਹੁਣ ਬੇਨਤੀ ਕਰੂੰਗਾ ਵੀ ਜਿਹੜੇ ਵੀ ਇਹ ਕਾਨੂੰਨ ਹੈਗੇ ਆ ਜੀ, ਪਹਿਲਾਂ EPCA ਕਾਨੂੰਨ ਸੀਗਾ ਜਿਹਨੂੰ ਚੇਂਜ ਕਰਕੇ ਹੁਣ ਜਿਹੜਾ ਇਹ ਕਮਿਸ਼ਨ ਜਿਹੜਾ ਬਣਿਆ ਜੀ ਫॉर ਜਿਹੜਾ ਕੁਆਲਿਟੀ ਮੈਨੇਜਮੈਂਟ ਵਾਸਤੇ, ਜਿਹੜਾ 에ਅਰ ਕੁਆਲਿਟੀ ਦੀ ਮੈਨੇਜਮੈਂਟ ਵਾਸਤੇ। ਔਰ ਇਹ ਜਿਹੜਾ ਜੇ ਆਪਾਂ ਕਹੀਏ ਵੀ ਇੱਕ ਇਕੱਲਾ ਪੰਜਾਬ ਲਈ ਲਾਗੂ ਹੋਇਆ, ਇਕੱਲੇ ਪੰਜਾਬ ਲਈ ਨਹੀਂ ਹੈ ਜੀ, ਨਾਲ ਦੀਆਂ 4-5 ਸਟੇਟਾਂ ਹੋ ਰਿਹਾ, ਜਿਹਦੇ ਵਿੱਚ 2 BJP ਦੀਆਂ ਗਵਰਨਮੈਂਟਸ ਨੇ, ਜਿਹਦੇ ਵਿੱਚ ਇੱਕ UP ਦੇ ਵਿੱਚ ਜਿਹੜੀ BJP ਦੀ ਗਵਰਨਮੈਂਟ ਆ ਔਰ ਹਰਿਆਣੇ ਦੇ ਵਿੱਚ ਜਿਹੜੀ BJP ਦੀ ਗਵਰਨਮੈਂਟ ਆ। ਸੋ ਇਸ ਕਰਕੇ ਜਿਹੜੀ ਟਾਰਗੇਟ ਆਪਾਂ ਸਿਰਫ ਇੱਕ ਇਹੀ ਗੱਲ ਕਹਿੰਦੇ ਆ ਵੀ ਇਕੱਲੇ ਪੰਜਾਬ ਲਈ ਕਾਨੂੰਨ ਬਣੇ ਆ, ਇਕੱਲੇ ਪੰਜਾਬ ਲਈ ਨਹੀਂ ਹੈਗੇ। ਤੇ ਜਿੰਨੀਆਂ ਵੀ ਉਹਦੀ ਬਾਉਂਡਰੀ ਸਟੇਟਸ ਸੀਗੀਆਂ ਦਿੱਲੀ ਦੀਆਂ, ਉਹਦੇ ਕਾਰਨ ਹੀ ਇਹਨਾਂ ਨੂੰ ਇਨਵੋਲਵ ਕੀਤਾ ਗਿਆ। ਸੈਕੰਡ ਥਿੰਗ ਮੈਂ ਇਹ ਬੇਨਤੀ ਕਰਦਾ ਜੀ ਵੀ ਇਹ ਇਕੱਲੀ ਸਰਕਾਰ ਦੀ ਕਹਾਣੀ ਨਹੀਂ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਮਾਨਯੋਗ ਸਾਡਾ ਸੁਪਰੀਮ ਕੋਰਟ ਵੀ ਇਨਵੋਲਵ ਆ। ਔਰ ਜਿਹਦੇ ਵਿੱਚ ਉਹਨਾਂ ਨੇ ਇੱਕ ਸਿੰਗਲ ਸਾਬਕਾ ਜਿਹੜੇ ਜੱਜ ਸੀਗੇ ਮਦਨ B ਲੋਕਰ ਜੀ, ਜਿਹਨਾਂ ਨੂੰ ਉਹਨਾਂ ਨੇ ਪੈਨਲ ਬਣਾ ਕੇ ਇਸ ਕੰਮ ਦੇ ਵਾਸਤੇ ਲਾਇਆ ਸੀ। ਔਰ ਉਹਨਾਂ ਨੇ ਇਸ ਜਦੋਂ ਸਾਰੇ ਸਿਸਟਮ ਦੇਖਿਆ, ਕਿਤੇ ਨਾ ਕਿਤੇ ਪ੍ਰੋਬਲਮਸ ਵੱਧਦੀ ਨੂੰ ਦੇਖਿਆ, ਤਾਂ ਇਹ ਜਿਹੜਾ ਇਹ ਰਿਫਾਰਮਸ ਆ, ਇਹਨੂੰ ਆਰਡੀਨੈਂਸ ਨੂੰ ਬਣਾਇਆ। ਔਰ ਇਹਦੇ ਵਾਸਤੇ ਵੀ ਇਹ ਨਹੀਂ ਹੈ ਵੀ ਇਹ ਬਣ ਗਿਆ ਤੇ ਓਕੇ ਹੋਇਆ, ਇਹਦੇ ਵਿੱਚ ਵੀ ਉਹਨਾਂ ਨੇ 8 ਤਰੀਕ ਸੁਪਰੀਮ ਕੋਰਟ ਮਾਨਯੋਗ ਨੇ ਨਜ਼ਰਸਾਨੀ ਲਈ ਰੱਖੀ ਆ ਵੀ ਇਹ ਆਰਡੀਨੈਂਸ ਜਿਹੜਾ ਹੈ ਤੇ ਨਜ਼ਰਸਾਨੀ ਕੀਤੀ ਜਾਊਗੀ ਵੀ ਕੀ ਇਹ ਚੰਗੀਆਂ ਗੱਲਾਂ ਔਰ ਕੀ ਮਾੜੀਆਂ ਗੱਲਾਂ। ਔਰ ਸੈਕੰਡ ਥਿੰਗ ਮੈਂ ਇਹ ਬੇਨਤੀ ਕਰਦਾ ਜੀ ਵੀ ਜਿਹੜੇ ਵੀ ਇਹ ਕਾਨੂੰਨ ਹੈਗੇ ਆ, ਕਿਉਂਕਿ ਜੇ ਆਪਾਂ ਕਹੀਏ ਵੀ ਸਾਡੀ ਹਵਾ ਹੀ ਪਲੀਤ ਹੋ ਗਈ, ਚਾਹੇ ਉਹ ਪੰਜਾਬ ਦੀ ਹੈ ਤੇ ਚਾਹੇ ਉਹ ਦਿੱਲੀ ਦੀ ਆ, ਤੇ ਸਾਡੇ ਕੋਲ ਫਿਊਚਰ ਦੇ ਵਿੱਚ ਰਹਿਣਾ ਕੁਝ ਨਹੀਂ। ਸਾਡੀ ਗੁਰਬਾਣੀ 'ਚ ਵੀ ਆਪਾਂ ਕਰੀਏ ਗੱਲ ਤਾਂ ਜਿਹੜਾ ਪਵਨ ਆ ਉਹਨੂੰ ਗੁਰੂ ਕਿਹਾ ਗਿਆ। ਔਰ ਜੇ ਪਵਨ ਹੀ ਸਾਡੀ ਖਰਾਬ ਹੋ ਜਾਂਦੀ ਆ, ਆਪਾਂ ਇੱਕ ਚੀਜ਼ ਦੇਖੀਏ ਜੀ ਵੀ ਲਾਸਟ ਜਿਹੜੇ 6 ਮੰਥ ਸੀਗੇ ਬੈਕ ਐਂਡ ਦੇ ਵਿੱਚ 24,000 ਡੈਥ ਜਿਹੜੀਆਂ ਦਿੱਲੀ ਦੇ ਅੰਦਰ ਹੋਈਆਂ ਡਿਊ ਟੂ ਪੋਲਿਊਟਡ 에ਅਰ ਕਾਰਨ ਹੋਈਆਂ ਜੀ। ਜੇਕਰ ਸਾਨੂੰ ਜੀਣ ਦਾ ਹੱਕ ਮੈਂ ਸਮਝਦਾ ਤਾਂ ਦਿੱਲੀ ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਵੀ ਜੀਣ ਦਾ ਹੱਕ ਆ। ਸੈਕੰਡ ਥਿੰਗ ਮੇਰੇ ਜਿਹੜੇ ਬ੍ਰਦਰ ਨੇ ਚੱਡਾ ਸਾਹਿਬ, ਬਾਲੇ ਸਾਹਿਬ ਇੱਕ ਮਿੰਟ ਲੈਣਾ ਬਸ, ਮੈਂ ਇੱਕ ਮਿੰਟ ਗੱਲ ਸੁਣੋ ਮੰਡ ਸਾਹਿਬ, ਜਰਾ ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੈ, ਪਰ ਇਹ ਦੱਸੋ ਕਿ ਸਾਡੇ 85% ਕਿਸਾਨ, ਸੁਣੋ ਗੱਲ, 85% ਕਿਸਾਨ ਛੋਟੇ ਨੇ, ਉਹ ਕਰੋੜ ਰੁਪਇਆ ਦੇ ਦੇਣਗੇ? ਮੈਂ ਇਹੀ ਬੇਨਤੀ ਕਰ ਰਿਹਾ ਜੀ, ਮੈਂ ਇਹ ਜਿਹੜਾ ਕਾਨੂੰਨ ਆ ਨਾ ਕੱਲਾ ਕਿਸਾਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ। ਉਹਨਾਂ ਨੇ ਇਹ ਗੱਲ ਕੀਤੀ ਹੈ ਕੱਲੇ ਕਿਸਾਨਾਂ ਲਈ ਕਾਨੂੰਨ ਨਹੀਂ ਹੈ, ਇੰਡਸਟਰੀ ਵੀ ਇਹਦੇ ਵਿੱਚ ਆ। ਕਿਉਂਕਿ 7 ਤਰ੍ਹਾਂ ਦੇ ਜਿਹੜੇ ਪੋਲਿਊਸ਼ਨ ਹੈਗੇ ਆ ਹੁੰਦੇ ਆ, ਕੱਲੇ ਆਪਾਂ ਇਹ ਨਹੀਂ ਕਹਿ ਸਕਦੇ ਪਰਾਲੀ ਦੇ ਧੂਏ ਦਾ ਹੀ ਆ, ਵਾਟਰ ਪੋਲਿਊਸ਼ਨ ਵੀ ਹੈਗਾ ਆ, ਨੋਇਜ਼ ਪੋਲਿਊਸ਼ਨ ਵੀ ਹੈਗਾ ਆ, ਹੋਰ ਪੋਲਿਊਸ਼ਨ ਵੀ ਹੈਗੇ ਆ। ਉਹ ਜਿਹੜੇ 7 ਦੇ 7 ਦੇ ਉੱਤੇ ਹੀ ਇਹ ਟੀਮ ਜਿਹੜੀ ਆਰਡੀਨੈਂਸ ਜਿਹੜਾ ਬਣਿਆ ਹੈ, ਔਰ ਜਿਹੜੀ 20 ਮੈਂਬਰੀ ਇਹ ਬਣਨੀ ਆ ਆਰਗੇਨਾਈਜੇਸ਼ਨ ਜਿਹੜੀ ਹੋਣੀ ਹੈ ਜੀ, ਉਹ ਸਾਰਿਆਂ ਦੇ ਉੱਤੇ ਉਹਨੇ ਕੰਮ ਕਰਨਾ ਹੈ, ਸਭ ਲਈ ਕੰਮ ਕਰਨਾ ਹੈ। ਚਾਹੇ ਉਹਦੇ ਵਿੱਚ ਆਪਾਂ ਟਰਾਂਸਪੋਰਟ ਦੀ ਗੱਲ ਕਰ ਲਈਏ, ਚਾਹੇ ਪਰਾਲੀ ਦੀ ਗੱਲ ਕਰ ਲਈਏ, ਚਾਹੇ ਇੰਡਸਟਰੀ ਦੀ ਗੱਲ ਕਰ ਲਈਏ। ਤੁਹਾਡੀ ਗੱਲ ਤੇ ਟਿੱਪਣੀ, ਤੁਹਾਡੇ ਜਵਾਬ ਤੇ ਟਿੱਪਣੀ ਲੈਣੇ ਆ। ਸੁਖਦੇਵ ਸਿੰਘ ਜੀ, ਕਿੰਨੇ ਕੁ ਸਹਿਮਤ ਹੋ? ਗੱਲ ਤਾਂ ਉਹਨਾਂ ਨੇ ਠੀਕ ਕੀਤੀ ਹੈ। ਮੰਡ ਸਾਹਿਬ ਦਾ ਇਹ ਕਹਿਣਾ ਤਾਂ ਜਾਇਜ਼ ਹੈ ਨਾ, ਜਿਹੜੇ 5 ਸਟੇਟਸ ਨੇ ਉਹਨਾਂ 'ਚ 2 ਤਾਂ ਭਾਰਤੀ ਜਨਤਾ ਪਾਰਟੀ ਦੀਆਂ ਨੇ, ਉਹਨਾਂ ਤੇ ਵੀ ਲਾਗੂ ਹੁੰਦਾ ਹੈ ਕਿ ਪਿਕ ਐਂਡ ਚੂਜ਼ ਕਰ ਲੈਣਗੇ? ਤੁਹਾਨੂੰ ਕੀ ਲੱਗਦਾ? ਦੇਖੋ, ਗੱਲ ਭਾਰਤੀ ਜਨਤਾ ਪਾਰਟੀ ਦੀ ਜਾਂ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਨਹੀਂ ਹੈ। ਗੱਲ ਜਿਹੜੀ ਅੱਜ ਹੋ ਰਹੀ ਹੈ ਵੀ ਇਸ ਕਾਨੂੰਨ ਦੀ ਹੋ ਰਹੀ ਹੈ, ਅਸੀਂ ਇਹਨੂੰ ਕਿਵੇਂ ਜਸਟੀਫਾਈ ਕਰ ਦਈਏ ਵੀ ਭਾਰਤੀ ਜਨਤਾ ਪਾਰਟੀ ਦੇ ਉਸ 'ਚ ਵੀ ਹੈ ਵੀ ਤੇ ਉਹਦੇ 'ਚ ਵੀ ਹੈ ਵੀ ਇਹਦੇ ਨਾਲ ਕੋਈ ਇਹਦਾ ਜਵਾਬ ਨਹੀਂ ਹੈਗਾ। ਅਸਲ ਮੁੱਦਾ ਕੀ ਹੈਗਾ ਜਿਹਦੇ ਤੋਂ ਅਸੀਂ ਸਾਰੇ ਪਾਸੇ ਹੋ ਰਹੇ ਹਾਂ? ਮੁੱਦਾ ਤਾਂ ਇਹ ਹੈਗਾ ਵੀ ਚਾਹੇ ਉਹ ਦਿੱਲੀ ਦੀ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਮੈਂ ਕਹਿਣਾ ਵੀ ਤੁਸੀਂ PAU ਜਿਹਨੇ ਸਾਡੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲਿਆਂਦਾ, PAU ਨੇ ਹੀ ਸਾਨੂੰ ਜਿਹੜਾ ਹੈਗਾ ਫਾਰਮਿੰਗ ਦੇ ਤਰੀਕੇ ਦੱਸੇ, ਫਾਰਮਿੰਗ
ਕਰਕੇ ਉਹਨਾਂ ਦੇ ਤਰੀਕਿਆਂ ਦੇ ਨਾਲ ਅਸੀਂ ਜਿਹੜਾ ਹੈਗਾ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲੈ ਕੇ ਹੁਣ ਉਹਦੀ ਸਟੱਡੀ ਨੂੰ ਅਸੀਂ ਮੁਨਕਰ ਹੋ ਰਹੇ ਆ। ਉਹ ਕਹਿੰਦੇ ਪੰਜਾਬ ਦਾ ਇਹਦੇ ਨਾਲ ਰੱਟਾ ਹੀ ਕੋਈ ਨਹੀਂ, ਪੰਜਾਬ ਦੀ ਪਰਾਲੀ ਦਾ ਸਾਡਾ ਪੋਲਿਊਸ਼ਨ ਹੋ ਰਿਹਾ। ਮੈਂ ਇਹ ਮੰਡ ਸਾਹਿਬ ਦੀ ਗੱਲ ਨਾਲ ਸਹਿਮਤ ਆ ਵੀ ਉਹ ਨਹੀਂ ਹੋਣਾ ਚਾਹੀਦਾ। ਉਹਦੇ ਵਾਸਤੇ ਉਪਰਾਲੇ ਵੀ ਸੂਬਾ ਸਰਕਾਰ ਵੀ ਕਰਦੀ ਆ, ਔਰ ਇਕੱਲੇ ਸੂਬਾ ਸਰਕਾਰ ਨਹੀਂ, ਮੈਂ ਸਲੂਟ ਕਰਦਾ ਪੰਜਾਬ ਦੇ ਲੋਕਾਂ ਨੂੰ। ਪੰਚਾਇਤਾਂ ਨੇ ਮਤੇ ਪਾਏ ਆ ਵੀ, ਔਰ ਅਸੀਂ ਇਹ ਪਰਾਲੀ ਨਹੀਂ ਸਾੜਾਂਗੇ, ਔਰ ਸਾੜੀ ਵੀ ਨਹੀਂ ਹੈ। ਪਰ ਜਿੱਥੇ ਕਿਸੇ ਕੋਲ ਕੋਈ ਨਹੀਂ ਹੱਲ ਹੈ, ਜੇ ਸਾੜ ਵੀ ਲੈਂਦਾ ਮੇਰੇ ਖਿਆਲ ਦੇ ਵਿੱਚ ਕੋਈ, ਅਸੀਂ ਉਹਨੂੰ ਐਡਾ ਵੱਡਾ ਗੁਨਾਹਗਾਰ ਨਾ ਬਣਾ ਦਈਏ। ਔਰ ਜੇ ਤੁਸੀਂ ਗੱਲ ਇੱਕ ਕਹੋ ਵੀ ਘੁੰਮ ਘੁਮਾ ਕੇ, ਮੇਰੀ ਗੱਲ ਸੁਣੋ। ਕਹਿਣਾ ਚਾਹੁੰਦੇ ਨੇ ਸੁਖਦੇਵ ਸਿੰਘ ਜੀ, ਐਡਵੋਕੇਟ ਚੱਡਾ ਦੀ ਪੁੱਛੀ ਕਰੀਏ। ਹਾਂਜੀ ਚੱਡਾ ਸਾਹਿਬ, ਦੇਖੋ ਜੀ, ਦੋ ਗੱਲਾਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੇ ਬੀਜੇਪੀ ਵਾਲੇ ਸਾਥੀ ਨੇ ਗੱਲ ਕਹੀ ਸੀ ਕਿ ਸੁਪਰੀਮ ਕੋਰਟ ਕਾਨੂੰਨਾਂ ਦੀ ਨਜ਼ਰਸਾਨੀ ਕਰੇਗੀ, ਇਹ ਆਪਣੇ ਆਪ ਦੇ ਵਿੱਚ ਇੱਕ ਡੈਮੋਕ੍ਰੇਸੀ ਲਈ ਸ਼ਰਮਨਾਕ ਗੱਲ ਹੈ ਕਿ ਹੁਣ ਪਾਰਲੀਮੈਂਟ ਦਾ ਹਾਲ ਇਹ ਹੋ ਗਿਆ ਕਿ ਲੋਕ ਨੁਮਾਇੰਦਿਆਂ ਦੀ ਚਰਚਾ ਕਰਨ ਦੀ ਬਜਾਏ ਸੁਪਰੀਮ ਕੋਰਟ ਨਜ਼ਰਸਾਨੀ ਕਰੇਗੀ। ਜੇਕਰ ਲੋਕ ਨੁਮਾਇੰਦਿਆਂ ਨੇ ਪਹਿਲਾਂ ਹੀ ਕਾਨੂੰਨ ਚਰਚਾ ਕਰਕੇ ਸਹੀ ਬਣਾਇਆ ਹੋਵੇ ਤਾਂ ਸੁਪਰੀਮ ਕੋਰਟ ਨੂੰ ਉਹਦੇ ਤੇ ਨਜ਼ਰਸਾਨੀ ਕਰਨ ਦੀ ਜਿਹੜੀ ਲੋੜ ਨਹੀਂ ਪੈਂਦੀ। ਦੂਜੀ ਗੱਲ, ਜਿਹੜੀ ਸਰਦਾਰ ਸੁਖਦੇਵ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਹਰ ਗੱਲ ਤੇ ਕਿਸਾਨਾਂ ਦੇ ਮੁੱਦਿਆਂ ਤੇ ਜਿਹੜੀ ਕੁਝ ਹੀ ਸਿਆਸਤ ਬਾਰ-ਬਾਰ ਚੰਗੀ ਨਹੀਂ ਹੁੰਦੀ ਕਿ ਦਿੱਲੀ ਗਵਰਨਮੈਂਟ। ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਪੰਚਾਇਤਾਂ ਨੇ ਤਾਂ ਮਤੇ ਜ਼ਰੂਰ ਪਾਏ ਹੋਣਗੇ, ਪੰਜਾਬ ਦੀਆਂ ਨੇ ਬਹੁਤ ਕਦਮ ਚੁੱਕੇ ਆ। ਪੰਜਾਬ ਸਰਕਾਰ ਦਾ ਇੱਕ ਕਦਮ ਦੱਸ ਦਿਓ ਕਿ ਤੁਸੀਂ ਕਿਸਾਨਾਂ ਦੀ ਪਰਾਲੀ ਦੀ ਮਦਦ ਲਈ ਕੀ ਕੀਤਾ। ਬਾਰ-ਬਾਰ ਐਨਜੀਟੀ ਦੇ ਕਹਿਣ ਤੇ ਇੱਕ ਵੀ ਕਦਮ ਜਿਹੜਾ ਜੇ ਪੰਜਾਬ ਸਰਕਾਰ ਨੇ ਚੱਕਿਆ ਹੋਵੇ। ਸੋ ਸਿਰਫ ਸਿਆਸੀ ਬਿਆਨਬਾਜ਼ੀ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜੋ, ਸਗੋਂ ਕੋਈ ਕੰਸਟਰਕਟਿਵ ਕੰਮ ਕਰੋ ਕਿਸਾਨਾਂ ਦੀ ਮਦਦ ਲਈ। ਆਪਾਂ ਸਾਰੇ ਰਲ ਕੇ ਕਰੀਏ। ਸਿਰਫ ਇਹੋ ਜਿਹੇ ਸੈਂਸਿਟਿਵ ਇਸ਼ੂ ਦੇ ਉੱਪਰ ਵੀ ਸਿਆਸੀ ਬਿਆਨਬਾਜ਼ੀ ਤੱਕ ਸੀਮਿਤ ਨਾ ਰਹੀਏ ਅਸੀਂ। ਚੱਡਾ ਸਾਹਿਬ, ਇੱਕ ਗੱਲ ਨਹੀਂ ਸਮਝ ਆ ਰਹੀ ਤੁਹਾਡੀ। ਇੱਕ ਮਿੰਟ ਵਾਲੀਆ ਸਾਹਿਬ, ਮੈਨੂੰ ਵੀ ਇੱਕ ਮਿੰਟ ਦੇ ਦਿਓ। ਨਹੀਂ, ਜਦੋਂ ਚੱਡਾ ਸਾਹਿਬ ਗੋਲੀ ਦੇ ਨਾ ਖੰਡ ਲਾ ਕੇ ਚਲਾਉਂਦੇ ਨੇ, ਉਹ ਤਾਂ ਇਹਨਾਂ ਦੀ ਸਿਆਸਤ ਨਹੀਂ ਹੈ। ਜਦੋਂ ਇਹਨਾਂ ਦੇ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਵੀ ਦੇਖੋ ਜੀ ਵੀ ਆਰਡੀਐਫ ਤਾਂ ਕੱਟ ਲਿਆ ਮਾਰਾ, ਪਰ ਇਹਦੇ ਵਿੱਚ ਪਹਿਲਾਂ ਵਾਈਟ ਪੇਪਰ ਲੈ ਕੇ ਆਓ। ਸ਼ਾਇਦ ਚੀਮਾ ਸਾਹਿਬ ਨੂੰ ਵੀ ਨਹੀਂ ਪਤਾ, ਚੱਡਾ ਸਾਹਿਬ ਨੂੰ ਵੀ ਨਹੀਂ ਪਤਾ। ਆਰਡੀਐਫ ਜਿਹੜਾ ਹੈਗਾ ਉਹ ਸਾਡੀ ਜਿਹੜੀ ਕਾਸਟ ਸ਼ੀਟ ਹੈ, ਜਿਹੜੀ ਆਰਬੀਆਈ ਸਾਨੂੰ ਦਿੰਦੀ ਹੈ, ਆਪਣੀ ਸੀਸੀਐਲ ਦਿੰਦੀ ਹੈ, ਉਹਦੇ ਵਿੱਚ ਲੱਗ ਕੇ ਆਉਂਦਾ, ਔਰ ਉਹਦਾ ਹਿਸਾਬ 6 ਮਹੀਨੇ ਬਾਅਦ ਦਿੱਤਾ ਜਾਂਦਾ ਹੈ। ਆਰਬੀਆਈ ਨੂੰ ਅਸੀਂ ਹਿਸਾਬ ਦਿੰਦੇ ਹਾਂ, ਔਰ ਉਹਦੇ ਤੇ ਕੈਗ ਵੀ ਆਪਣੀ ਜਿਹੜੀ ਹੈਗੀ ਆ ਪੜਚੋਲ ਕਰਦਾ ਹੈ। ਜੇ ਕਿਤੇ ਉਹਦੇ ਤੇ ਮੈਂ ਕਹਿਣਾ ਵੀ ਕੋਈ ਹਿਸਾਬ ਦੀ ਲੱਗਦੀ ਰਹਿਣਾ, ਤਾਂ ਪਹਿਲਾਂ ਜੇ ਦੋ ਤਰ੍ਹਾਂ ਦੀ ਗੱਲ ਹੋਵੇ ਉਹਨੂੰ ਪੁੱਛਿਆ ਜਾਂਦਾ ਵੀ ਆਪਾਂ ਬਹਿ ਕੇ ਪੈਸੇ ਦਾ ਰੌਲਾ ਹਿਸਾਬ ਕਰ ਲਈਏ। ਇਹ ਨਹੀਂ ਵੀ ਉਹਦੇ ਪੈਸੇ ਕੱਟ ਲੈਣੇ ਆ। ਇਸ ਕਰਕੇ ਇਹ ਜਿਹੜੀਆਂ ਆਪ ਜਦੋਂ ਰਾਜਨੀਤੀ ਕਰਦੇ ਨਾ ਕਮਾ ਕੇ ਮੰਨ ਲਿਆ ਕਿ ਜਿਹੜਾ ਮੈਂ ਕਹਿੰਦਾ ਮੈਨੂੰ ਵੀ ਨਹੀਂ ਪਤਾ, ਚੀਮਾ ਸਾਹਿਬ ਨੂੰ ਨਹੀਂ ਪਤਾ, ਸਾਰਾ ਕੁਝ ਜਾਣੀ ਜਾਣ ਕੱਲੇ ਸੁਖਦੇਵ ਸਿੰਘ ਹੋਣੀ ਹੈ, ਮੈਂ ਮੰਨ ਲੈਂਦਾ ਇਸ ਗੱਲ ਨੂੰ। ਪਰ ਜੇਕਰ ਕੇਂਦਰ ਸਰਕਾਰ ਨੇ ਕੋਈ ਆਰਡੀਐਫ ਦਾ ਸਵਾਲ ਖੜਾ ਕੀਤਾ ਔਰ ਪੰਜਾਬ ਸਰਕਾਰ ਉਹਦੇ ਤੇ ਬਿਲਕੁਲ ਤਾਂ ਉਹਦਾ ਕੇਂਦਰ ਸਰਕਾਰ ਦੇ ਅੱਗੇ ਜਾਂ ਪੰਜਾਬ ਦੇ ਲੋਕਾਂ ਦੇ ਅੱਗੇ ਕੱਢ ਕੇ ਰੱਖਣ ਦੀ ਕੀ ਹਰਜ ਹੈ? ਕਿਉਂ ਨਹੀਂ ਰੱਖ ਦੇਣਾ ਚਾਹੀਦਾ। ਜੇਕਰ ਕੋਈ ਸਵਾਲ ਉਹਦਾ ਜਿਹੜਾ ਜਵਾਬ ਹੈ ਕਿ ਨਹੀਂ, ਕਿਤੇ ਕੋਈ ਇਹਦਾ ਗਲਤ ਡਿਵਾਰਟ ਨਹੀਂ ਹੋਇਆ, ਕਿ ਕੋਈ ਫੰਡ ਡਿਵਾਰਟ ਨਹੀਂ ਹੋਇਆ ਗਲਤ ਤਰੀਕੇ ਨਾਲ, ਤਾਂ ਪੰਜਾਬ ਦੇ ਲੋਕਾਂ ਅੱਗੇ ਰੱਖਣ, ਕਿਉਂ ਨਹੀਂ ਮੜ ਸਾਹਿਬ ਕੀ ਕਹਿਣਾ ਚਾਹੁੰਦੇ? ਮੈਂ ਬੇਨਤੀ ਕਰਾਂ ਜੀ, ਕਿਉਂਕਿ ਜਿਹੜੇ ਆਪਾਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ, ਕਾਂਗਰਸ ਸਰਕਾਰ ਦੀ ਗੱਲ ਕਰੀਏ, ਕਿਤੇ ਨਾ ਕਿਤੇ ਨੀਅਤ ਉਹਨਾਂ ਦੀ ਠੀਕ ਨਹੀਂ ਹੈ। 2 ਸਾਲ ਦਾ ਆਪਾਂ ਮੰਨ ਕੇ ਚੱਲੀਏ ਵੀ ਇੱਕ ਐਗਰੀਕਲਚਰ ਮੈਕੈਨਿਜ਼ਮ ਸਕੀਮ ਚੱਲਦੀ ਆ, ਜਿਹਦੇ ਵਿੱਚ 100 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਜਿਹੜੀ ਸਬਸਿਡੀਜ਼ ਮਿਲਣੀਆਂ ਸੀਗੀਆਂ। ਜਿਹੜੀ ਆਪਾਂ ਗੱਲ ਪਰਾਲੀ ਦੀ ਕਰਦੇ ਹਾਂ, ਜੇਕਰ ਪਰਾਲੀ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਕਿਸਾਨਾਂ ਨੂੰ ਇਹੀ ਤੌਖਲਾ ਆ ਵੀ ਸਾਨੂੰ ਫੋਰਸਫੁਲੀ ਬੰਦ ਕਰਨ ਦਾ ਕਹਿਤਾ, ਪਰ ਸਹੂਲਤ ਕੀ ਦੇ ਰਹੇ ਆ। ਔਰ ਸਹੂਲਤ ਦੀ ਮੈਂ ਗੱਲ ਕਰਦਾ, ਜਿਹੜਾ 100 ਕਰੋੜ ਰੁਪਈਆ ਆਇਆ ਸੀ, ਉਹ ਸਿਰਫ ਇਹਨਾਂ ਨੇ 30 ਕਰੋੜ ਯੂਟਿਲਾਈਜ਼ ਜਿਹੜਾ ਕੀਤਾ ਉਹ ਹੀ ਦਿਖਾਇਆ। 70 ਕਰੋੜ ਦੇ ਬਾਰ-ਬਾਰ ਉਹ ਤੋਂ ਇਹਨਾਂ ਨੂੰ ਆ ਰਹੀਆਂ ਲੈਟਰਸ ਆ ਰਹੀਆਂ ਵੀ 70 ਕਰੋੜ ਦਾ ਹਿਸਾਬ ਵੀ ਦੇ ਦਿੱਤਾ ਜਾਵੇ, ਪਰ 70 ਕਰੋੜ ਦਾ ਹਿਸਾਬ ਨਹੀਂ ਅੱਜ ਤੱਕ ਨਹੀਂ ਦਿੱਤਾ, ਜਿਸ ਕਾਰਨ ਬਾਕੀ ਸਬਸਿਡੀ ਜਿਹੜੀ ਆਉਣੀ ਸੀ ਉਹ ਵੀ ਬੰਦ ਹੋ ਗਈ। ਔਰ ਜਿਹੜਾ 2500 ਰੁਪਈਆ ਪਰ ਏਕੜ ਪਰਾਲੀ ਸੰਭਾਲਣ ਦਾ ਸਟੇਟ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ, ਉਹ 25 ਪੈਸੇ ਵੀ ਕਿਸੇ ਨੂੰ ਦਿੱਤੇ ਨਹੀਂ ਹੈ। ਆਪਾਂ ਸਕਾਲਰਸ਼ਿਪ ਦੀ ਗੱਲ ਕਰ ਲਈਏ, ਉਹਦਾ ਹਿਸਾਬ ਦੇਣ ਦੇ ਵਿੱਚ ਵੀ ਸਫਲ ਰਹੇ। 300 ਕਰੋੜ ਰੁਪਈਆ ਆਇਆ, 65 ਕਰੋੜ ਰੁਪਈਆ ਕਿੱਥੇ ਗਿਆ, ਕਿੱਥੇ ਨਹੀਂ ਗਿਆ, ਕਿਤੇ ਨਾ ਕਿਤੇ ਇਹ ਦਾਲ ਚ ਕਾਲਾ ਹੈ, ਜਿਹਦੇ ਕਾਰਨ ਕੇਂਦਰ ਜਿਹੜਾ ਹੈ ਹਿਸਾਬ ਮੰਗ ਰਿਹਾ। ਮਾਨ ਸਾਹਿਬ, ਮੁੱਦੇ ਤੋਂ ਬਿਨਾਂ ਨਹੀਂ ਜਾਣਾ। ਮੈਂ ਆਖਰੀ ਸਾਹਿਬ, ਮੈਂ ਜਾਣਾ ਹੈ ਮਾਨਸਾਹੀਆ ਸਾਹਿਬ ਕੋਲ, ਉਸ ਤੋਂ ਪਹਿਲਾਂ ਤੁਹਾਡੀ ਕੋਈ ਟਿੱਪਣੀ, ਤੇ ਫਿਰ ਮੈਂ ਮਾਨਸਾਹੀਆ ਕੋਲ ਜਾਣਾ ਕਿ ਇਹ ਸਾਰੀ ਵਾਲੀਆ ਸਾਹਿਬ ਜਿਹੜੀ ਗੱਲ ਮੰਡ ਸਾਹਿਬ ਨੇ ਕਹੀ ਹੈ ਕਿ 2 ਸੂਬਿਆਂ 'ਚ ਭਾਰਤੀ ਪਾਰਟੀ ਦੀਆਂ ਨੇ, ਅਸੀਂ ਤੁਹਾਨੂੰ ਕਦੋਂ ਆਖਿਆ ਕਿ ਤੁਹਾਡੀ ਸਰਕਾਰ ਨਹੀਂ? ਸਰਕਾਰ ਤਾਂ ਦਿੱਲੀ 'ਚ ਵੀ ਤੁਹਾਡੀ ਹੈ, ਹਰਿਆਣੇ 'ਚ ਵੀ ਤੁਹਾਡੀ ਹੈ, ਯੂਪੀ 'ਚ ਵੀ ਤੁਹਾਡੀ ਹੈ, ਤੇ ਫਿਰ ਆਹ ਤੁਗਲਕੀ ਫਰਮਾਨ ਕਿਵੇਂ ਆ ਰਹੇ ਹੈ? ਭਾਰਤ ਦੀ ਸੰਸਦ ਚੁਣੀ ਨੇ
ਉਸ ਸੰਸਦ ਕੀ ਹੈ, ਉਹ ਸਰਵਉੱਚ ਪਵਿੱਤਰ ਸਥਾਨ ਦੇ ਉੱਤੇ ਬਹਿ ਕੇ ਦੇਸ਼ ਲਈ ਕਾਨੂੰਨ ਬਣਦੇ ਆ। ਕੀ ਤੁਹਾਡਾ ਫਰਜ਼ ਨਹੀਂ ਸੀ ਬਣਦਾ, ਤੁਹਾਡੀ ਪਾਰਟੀ ਦਾ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਦਾ, ਕਿ ਇਸ ਕਾਨੂੰਨ ਨੂੰ ਅਗਰ ਅਸੀਂ ਪੋਲਿਊਸ਼ਨ ਰੋਕਣ ਦੇ ਉਲਟ ਬਿਲਕੁਲ ਨਹੀਂ ਗਏ। ਦੂਜੀ ਗੱਲ, ਪਹਿਲੀ ਗੱਲ, ਉਹ ਸੰਸਦ ਦੇ ਵਿੱਚ ਇਹਨੂੰ ਲਿਜਾਣਾ ਚਾਹੀਦਾ, ਬਹਿਸ ਹੋਣੀ ਚਾਹੀਦੀ, ਜਿਵੇਂ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਜਾਂ ਚੱਡਾ ਸਾਹਿਬ ਨੇ ਕਿਹਾ। ਬਹਿਸ ਤੋਂ ਬਾਅਦ ਫਿਰ ਇਹਨੂੰ ਬਿੱਲ ਦਾ ਜਾਂ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਤੁਹਾਡੀ ਸਰਕਾਰ ਫਰਮਾਨ ਜਾਰੀ ਕਰੀ ਕਿਸਾਨਾਂ ਦੇ ਕਰਤੇ। ਦੂਜੀ ਗੱਲ ਵਾਲੀਆ ਸਾਹਿਬ, ਮੈਂ ਇੱਕ ਹੋਰ ਕਹਿਣੀ ਚਾਹੁੰਦਾ, ਜਿਹੜੀ ਆ 2500 ਰੁਪਏ ਦੀ ਗੱਲ ਕਰਦੇ ਆ ਤੇ ਪਰਾਲੀ ਸਾਂਭ ਸੰਭਾਲ ਲਈ ਕਸਾਈ ਜਾਣੇ ਸੀ, ਇਹ ਬਿਹਤਰ ਦੱਸਣਗੇ ਸਾਹ ਸੁਖਦੇਵ ਸਿੰਘ। ਲੇਕਿਨ ਜੇ ਕਿਸਾਨ ਵੀ ਕਿਸਾਨ ਦਾ ਪੁੱਤ ਜਨ ਕਿਸਾਨ ਹੈ, ਮੈਨੂੰ ਚੱਡਾ ਸਾਹਿਬ ਦਾ ਨਹੀਂ ਪਤਾ, ਬਾਕੀ ਸਾਰੇ ਅਸੀਂ ਕਿਸਾਨੀ ਸੰਬੰਧਤ ਹੈ, ਕਦੇ ਨਹੀਂ ਚਾਹੁੰਦਾ ਕਿ ਉਹ ਪਰਾਲੀ ਨੂੰ ਅੱਗ ਲਾਵੇ। ਹਕੀਕਤ ਹੈ, ਕਿਸਾਨ ਚਾਹੁੰਦਾ ਕਿ ਉਹਦਾ ਬਦਲਵਾ, ਪਰ ਉਹਨਾਂ ਨੂੰ ਕੋਈ ਸਬਸਿਡਾਈਜ਼ ਪਰਾਲੀ ਨੂੰ ਅੱਗ ਲਾਉਣ ਚ ਕੋਈ, ਕਿਉਂਕਿ ਉਹਨਾਂ ਨੂੰ ਆਪ ਵੀ ਪ੍ਰੋਬਲਮ ਹੈ। ਜਿਹਦਾ ਹਵਾ ਪਤਾ ਨਹੀਂ ਕਦੋਂ ਜਾਣੀ ਹੈ। ਸਾਡੇ ਕਿਸਾਨ ਸਾਡੇ ਪਿੰਡਾਂ 'ਚ ਤਾਂ ਉਸੇ ਟਾਈਮ ਧੂਆਂ ਉੱਠਦਾ, ਸਾਡੇ ਲੋਕਾਂ ਦੇ, ਸਾਡੀਆਂ ਮਾਵਾਂ ਭੈਣਾਂ ਬੱਚਿਆਂ ਨੂੰ ਅਫੈਕਟ ਕਰਦਾ। ਮਜਬੂਰੀ ਜੀ ਤੁਹਾਡੀ ਗੱਲ ਆ ਗਈ, ਮੈਂ ਜਾਣਾ ਸੀ। ਲੇਕਿਨ ਸੁਖਦੇਵ ਸਿੰਘ ਜੀ, ਮੈਂ ਇੱਕ ਵਾਰ ਤੁਹਾਡੇ ਕੋਲ ਬਹੁਤ ਬਰੀਫ, ਕਿਉਂਕਿ ਟਾਈਮ ਆਪਣੇ ਕੋਲ ਘੱਟ ਹੈ, ਮੈਨੂੰ ਇਹ ਦੱਸੋ ਕਿ ਕਿਉਂ ਨਹੀਂ ਦਿੱਤਾ ਗਿਆ 2500? ਬਹਾਨਾ ਲਾ ਦਿੱਤਾ ਗਿਆ ਕੋਵਿਡ ਦਾ, ਕੀ ਕਾਰਨ ਹੈ ਕਿ ਕਿਸਾਨਾਂ ਨੂੰ ਪੈਸਾ ਦਿੱਤਾ ਜਾ ਸਕਦਾ ਸੀ? ਦੇਖੋ, 160 ਲੱਖ ਟਨ ਜਿਹੜੀ ਪਰਾਲੀ ਆਉਂਦੀ ਹੈ ਇੱਥੇ ਸਾਡੇ ਸੂਬੇ ਦੇ ਵਿੱਚ, ਉਹ ਅਸੀਂ ਇਸ ਗੱਲ ਦੇ ਵਿੱਚ ਕਹਿਣ 'ਚ ਸਾਨੂੰ ਕੋਈ ਅਸੀਂ ਸ਼ਰਮ ਨਹੀਂ ਮਹਿਸੂਸ ਕਰਦੇ ਵੀ ਸਾਡੇ ਕੋਲ ਉਸ ਵੇਲੇ ਉਨੇ ਪੈਸਿਆਂ ਦਾ ਅਰੇਂਜਮੈਂਟ ਨਹੀਂ ਸੀਗਾ, ਨਹੀਂ ਕਰ ਸਕੇ। ਪਰ ਜਿਹੜੀ ਇੱਕ ਗੱਲ ਕਹੀ ਜਾਂਦੀ ਹੈ ਨਾ, ਵੀ ਇਹਦੇ ਕੋਈ ਉਪਰਾਲੇ ਨਹੀਂ ਕੀਤੇ, ਮੇਰੇ ਖਿਆਲ ਦੇ ਵਿੱਚ ਅੱਜ ਸਿਰਫ 900 ਮੈਗਾਵਾਟ ਬਿਜਲੀ ਪੰਜਾਬ ਦੇ ਸੂਬਿਆਂ ਤੋਂ ਬਣ ਰਹੀ ਹੈ। ਜਿਹੜੇ ਪੰਜਾਬ ਦੇ ਸੂਬੇ, ਬਾਕੀ ਤਾਂ ਅਸੀਂ ਨੈਸ਼ਨਲ ਗ੍ਰਿਡ ਤੋਂ ਲੈ ਰਹੇ ਹਾਂ। ਜੇ ਜਿਹੜੀ 5500 ਮੈਗਾਵਾਟ ਦੀ ਡਿਮਾਂਡ ਆ ਅੱਜ, ਤਾਂ ਅਸੀਂ ਸਿਰਫ 900 ਮੈਗਾਵਾਟ ਬਣ ਰਹੀ ਹੈ, ਜਿਹਦੇ ਚੋਂ 100 ਮੈਗਾਵਾਟ ਪਰਾਲੀ ਤੋਂ ਬਣ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪਰਾਲੀ ਤਾਂ ਨਹੀਂ, ਬਾਇਓਮਾਸ ਪਲਾਂਟ ਲੱਗੇ ਨੇ, ਔਰ ਅਸੀਂ ਪਰਾਲੀ ਦੀਆਂ ਬੇਲਾਂ ਬਣਾਉਣ ਦੇ ਵੀ ਪਲਾਂਟ ਲੱਗੇ ਨੇ, ਪਰ ਪਰਾਲੀ ਦਾ ਵੋਲਿਊਮ ਇੰਨਾ ਹੈ 160 ਲੱਖ ਟਨ ਘੱਟੋ ਘੱਟ ਹੈ, ਇਸ ਕਰਕੇ ਇਹਨੂੰ ਨਹੀਂ ਹੋ ਸਕਦਾ। ਨਾਦਰ ਸਿੰਘ ਮਾਨਸਾਹੀਆ ਜੀ, ਮੈਂ ਤੁਹਾਨੂੰ ਪੁੱਛਣਾ ਹੈ ਕਿ ਜਿਹੜੀ ਇਹ ਬਾਰ-ਬਾਰ ਗੱਲ ਆ ਰਹੀ ਹੈ ਬਠਿੰਡਾ ਥਰਮਲ ਦੀ ਔਰ ਅਦਰਵਾਈਜ਼ ਵੀ, ਪਰਾਲੀ ਕਿੰਨੀ ਕੁ ਜੇ ਅਸੀਂ ਉਹਨੂੰ ਵਰਤ ਸਕਦੇ ਹਾਂ ਬਿਜਲੀ ਬਣਾਉਣ ਲਈ, ਤਾਂ ਕਿੰਨੀ ਕੁ ਪ੍ਰੋਬਲਮ ਹੈ, ਕਿਉਂ ਕਿਸਾਨ ਸਾੜਦਾ? ਦੇਖੋ ਵਾਲੀਆ ਸਾਹਿਬ, ਜਿੱਥੋਂ ਤੱਕ ਤਾਂ ਬਠਿੰਡਾ ਥਰਮਲ ਪਲਾਂਟ ਦੇ ਵਿੱਚ ਪਰਾਲੀ ਜਲਣ ਦੀ ਗੱਲ ਹੈਗੀ ਹੈ, ਉਹ ਸਟੱਡੀ ਕਰਨੀ ਪੈਣੀ ਸੀ, ਕਿਉਂਕਿ ਇਸ ਤਰ੍ਹਾਂ ਦਾ ਇੱਕ ਪਲਾਂਟ ਇੱਥੇ ਡਿਸਟ੍ਰਿਕਟ ਪਟਿਆਲਾ 'ਚ ਜਲਖੇੜੀ ਵਿਖੇ ਲੱਗਿਆ ਹੋਇਆ ਹੈ, ਜਿੱਥੇ ਜਿਹੜੀ ਪਰਾਲੀ ਤੋਂ ਹੀ ਗੱਠਾਂ ਬਣਾ ਕੇ ਅੱਗੇ ਫਰਦਰ ਬਾਲ ਕੇ ਬਿਜਲੀ ਬਣਾਉਣ ਦਾ ਇਹ ਪ੍ਰੋਜੈਕਟ ਸੀਗਾ, ਉਹ ਕੋਈ ਬਹੁਤਾ ਸਕਸੈਸਫੁਲੀ ਚੱਲ ਨਹੀਂ ਸਕਿਆ। ਤੇ ਇਸ ਕਰਕੇ ਜਦੋਂ ਸਾਡੇ ਕੋਲ ਹੋਰ ਆਲਟਰਨੇਟਿਵ ਅਰੇਂਜਮੈਂਟਸ ਹੋਣ, ਤਾਂ ਉਦੋਂ ਕਈ ਵਾਰੀ ਇਹ ਫਿਜ਼ੀਬਲ ਨਹੀਂ ਹੁੰਦਾ ਵੀ ਅਸੀਂ ਇੱਕ ਪੁਰਾਣੇ ਪਲਾਂਟ ਨੂੰ ਫਿਰ ਉਹ ਕਰ ਲਈਏ। ਨੰਬਰ 2, ਕਿਉਂ ਨਹੀਂ ਸਕਸੈਸਫੁਲ ਰਿਹਾ ਤੁਹਾਡੇ ਖਿਆਲ 'ਚ? ਕਿ ਉਹ ਕੋਲ ਦਾ ਆਲਟਰਨੇਟਿਵ ਨਹੀਂ ਬਣਦਾ, ਜਾਂ ਕੀ ਚੱਕਰ ਹੈ? ਕੋਲ ਦਾ ਆਲਟਰਨੇਟਿਵ ਬਣਾਉਣ ਵਾਸਤੇ ਜੀ ਬੜੀ ਮਿਹਨਤ ਕਰਨੀ ਪੈਣੀ ਸੀ। ਇਹ ਠੀਕ ਹੈ, ਸਟੱਡੀ ਕਰਕੇ ਆਪਾਂ ਕਰਤਾ ਜੋ ਮਰਜ਼ੀ ਲਈਏ। ਮੈਂ ਤੁਹਾਨੂੰ ਇੱਕ 2006 ਦੇ ਵਿੱਚ ਆਪਣੇ ਸੈਕਟਰੀ ਸਾਹਿਬ ਹੁੰਦੇ ਸੀ, ਪ੍ਰਿੰਸੀਪਲ ਸੈਕਟਰੀ ਸੀਗੇ ਪੀ ਰਾਮ ਜੀ, ਉਹਨਾਂ ਨੇ ਇੱਕ ਪ੍ਰੋਜੈਕਟ ਟੇਕਅਪ ਕੀਤਾ ਸੀ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ। ਉਹਦੇ ਵਿੱਚ ਇੱਥੋਂ ਤੱਕ ਪ੍ਰੋਵੀਜ਼ਨ ਰੱਖੀ ਸੀ ਉਹਨਾਂ ਨੇ ਵੀ ਬੁੱਢੇ ਨਾਲੇ ਦੇ ਪਾਣੀ ਨੂੰ ਆਪਾਂ ਜ਼ੀਰੋ ਡਿਸਚਾਰਜ ਕਰ ਦੇਣਾ ਹੈ। ਬਟ ਮੈਂ ਉਸ ਦੇ ਵਿੱਚ ਐਗਰੀਮੈਂਟ 'ਚ ਨਹੀਂ ਸੀ ਵੀ ਇਹ ਪੋਸੀਬਲ ਨਹੀਂ ਹੈ। ਉਹ ਕਹਿੰਦੇ ਕਿਉਂ ਪੋਸੀਬਲ ਨਹੀਂ, ਦੁਨੀਆ ਤਾਂ ਚੰਦ ਤੇ ਚਲੀ ਗਈ ਹੈ। ਮੇਰਾ ਤਰਕ ਇੰਨਾ ਕੁ ਸੀ, ਮੈਂ ਜੀ ਗੱਲ ਇਸ ਤਰ੍ਹਾਂ ਹੁੰਦੀ ਆ ਵੀ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਕੋਈ ਵੀ ਸਬਜੈਕਟ ਆਪਾਂ ਲਾਗੂ ਕਰਦੇ ਆ, ਉਹਦੇ ਵਿੱਚ ਇੱਕ ਇਕਨੋਮਿਕਸ ਦਾ ਇੱਕ ਫੈਕਟਰ ਹੁੰਦਾ ਹੈ। ਇਨਵਾਇਰਮੈਂਟਲ ਇਕਨੋਮਿਕਸ ਹੈ ਜਿਹੜੀ, ਇਹ ਵੀ ਕੋਈ ਫੈਕਟਰ ਹੈਗਾ। ਅਦਰਵਾਈਜ਼ ਤਾਂ ਅਸੀਂ ਚਾਹੇ ਬੁੱਢੇ ਨਾਲੇ ਦੇ ਪਾਣੀ ਨੂੰ, ਗੰਗਾ ਦੇ ਪਾਣੀ ਨੂੰ, ਜਾਂ ਕਾਲਾ ਸਿੰਘਾ ਡਰੇਨ ਹੈ ਇਹਨੂੰ ਸਾਫ਼ ਕਰਕੇ ਚਾਹੇ ਬਸਲੇਰੀ ਵਾਟਰ ਬਣਾ ਲਈਏ, ਬਟ ਹੂ ਵਿਲ ਬੀਅਰ ਦਾ ਕਾਸਟ? ਹਰੇਕ ਚੀਜ਼ ਦੀ ਇੱਕ ਕਾਸਟ ਵੀ ਤਾਂ ਹੁੰਦਾ ਨਾ। ਇੱਕ ਅਸੀਂ ਗੰਦੇ ਪਾਣੀ ਨੂੰ ਸਾਫ਼ ਕਰਕੇ ਉਹਨੂੰ ਸਿੰਚਾਈਯੋਗ ਤਾਂ ਬਣਾ ਸਕਦੇ ਆ ਘੱਟ ਕਾਸਟ ਨਾਲ, ਪਰ ਜੇ ਆਪਾਂ ਕਹੀਏ ਵੀ ਇਹਨੂੰ ਹੁਣ ਜੇ ਪੀਣ ਵਾਲਾ ਪਾਣੀ ਬਣਾਈਏ, ਪੋਸੀਬਲ ਹੈਗਾ, ਜੇ ਚੰਦ ਤੇ ਜਾ ਸਕਦੇ ਆ, ਸਾਰਾ ਕੁਝ ਹੈ, ਪਰ ਇਨਵਾਇਰਮੈਂਟਲ ਇਕਨੋਮਿਕਸ ਵੀ ਤਾਂ ਕੋਈ ਚੀਜ਼ ਹੈ ਨਾ। ਹੁਣ ਨੰਬਰ 2 ਤੇ ਹੁਣ ਹਾਲਾਤ ਨੇ, ਮੈਂ ਤੁਹਾਨੂੰ ਇਹ ਸਵਾਲ ਕਰਦਾ ਇੱਕ ਮਾਹਰ ਦੇ ਤੌਰ ਤੇ, ਭੁੱਲ ਜਾਓ ਤੁਸੀਂ ਐਮਐਲਏ ਹੋ, ਸਿਆਸੀ, ਤੁਸੀਂ ਪੰਜਾਬ ਦੇ ਉਹ ਸ਼ਖਸ ਹੋ ਜਿਹੜਾ ਪੰਜਾਬ ਨੂੰ ਪਿਆਰ ਕਰਦੇ ਹੋ। ਮੈਂ ਤੁਹਾਨੂੰ ਇਹ ਪੁੱਛਣਾ ਕਿ ਕਿਵੇਂ ਆਪਾਂ ਬਚਾਈਏ ਇਹ ਸਾਰੇ ਕੰਮ ਤੋਂ? ਤੁਹਾਡੇ ਕੋਲ ਕੀ ਸੁਜੈਸ਼ਨ ਹੈ, ਕੀ ਸੁਝਾਅ ਹੈ?
ਸੁਜੈਸ਼ਨਸ ਵੀ ਮੈਂ ਦੇਵਾਂਗਾ ਜੀ, ਕੋਈ ਐਸੀ ਗੱਲ ਨਹੀਂ ਹੈ, ਬਟ ਐਟ ਦੀ ਸੇਮ ਟਾਈਮ ਦੇਖੋ, ਜਿੱਥੋਂ ਤੱਕ ਪੋਲੂਸ਼ਨ ਦੀ ਗੱਲ ਹੈ, ਚਾਹੇ ਵਾਟਰ ਪੋਲੂਸ਼ਨ ਹੈ ਚਾਹੇ 에ਅਰ ਪੋਲੂਸ਼ਨ ਹੈ, ਇਹ ਸਦੀਆਂ ਤੋਂ ਹੋਣਾ ਸ਼ੁਰੂ ਹੋਇਆ ਜਦੋਂ ਤੋਂ ਬੰਦੇ ਦਾ ਜਨਮ ਹੋਇਆ ਧਰਤੀ ਤੇ। ਸਦੀਆਂ ਤੋਂ ਹੁੰਦੇ ਪੋਲੂਸ਼ਨ ਨੂੰ ਰੋਕਣ ਵਾਸਤੇ ਐਕਟ ਜਿਹੜੇ ਬਣਨੇ ਸ਼ੁਰੂ ਹੋਏ 1974 ਤੋਂ ਸ਼ੁਰੂ ਹੋਏ ਆ, ਤਾਂ ਨੈਚੁਰਲੀ ਹੈ ਪਹਿਲਾਂ ਸੋਰਸ ਆਇਡੈਂਟੀਫਾਈ ਹੋਣਗੇ, ਕੋਈ ਟਾਈਮ ਸੀ, ਉਦੋਂ ਬਾਅਦ ਉਹਨਾਂ ਦੇ ਰੈਮੀਡੀਅਲ ਮੇਜਰਸ ਲਏ ਜਾਣਗੇ। ਹੁਣ ਕੋਈ ਟਾਈਮ ਸੀਗਾ ਜਦੋਂ ਆਪਾਂ ਪਰਾਲੀ ਨੂੰ ਆਮ ਅੱਗ ਲਾਉਂਦੇ ਸੀ, ਕੋਈ ਬੋਦਰ ਵੀ ਨਹੀਂ ਸੀ ਕਰਦਾ। ਆਪਣੇ ਤੁਸੀਂ ਦੇਖੋ ਜਿੰਨਾ ਸ਼ੈਲਰਾਂ ਦੇ ਵਿੱਚੋਂ ਇਹ ਪੈਡੀ ਹਸਕ ਨਿਕਲਦਾ ਸੀਗਾ, ਉਸ ਨੂੰ ਲੋਕ ਟੋਇਆਂ 'ਚ ਸਿੱਟ ਕੇ ਅੱਗ ਲਾਏ ਆਉਂਦੇ ਸੀ, ਜਿਹੜਾ ਕਿ ਅੱਜ ਕਿਸੇ ਵੀ ਸ਼ੈਲਰ ਦੀ ਜਿੰਦ ਜਾਨ ਹੈ, ਜਾਣੀ ਉਹਦੇ ਪ੍ਰੋਫਿਟ ਦਾ ਇੱਕ ਵੱਡਾ ਪਾਰਟ ਹੈ। ਹੁਣ ਸ਼ੈਲਰ ਚਲਾਉਂਦੇ ਨੇ, ਉਹ ਕਹਿੰਦੇ ਵੀ ਇਕੱਲੀ ਸਾਨੂੰ ਇਹ ਰਾਈਸ ਹਸਕ ਬਚ ਜੇ, ਇਹਦੇ ਪੈਸੇ ਬਚ ਜਾਣ ਤਾਂ ਐ ਸਮਝ ਲਓ ਵੀ ਸਾਨੂੰ ਬਹੁਤ ਪ੍ਰੋਫਿਟ ਹੋ ਗਿਆ। ਤੇ ਕਿਸੇ ਵੇਲੇ ਇਹੀ ਆਪਾਂ ਸਿੱਟਦੇ ਸੀ। ਵਿਦ ਪੈਸੇਜ ਆਫ ਟਾਈਮ ਜਿਹੜਾ ਹੈ ਲੋਕੀ ਹਰੇਕ ਚੀਜ਼ ਦੀ ਵਰਤੋਂ ਕਰਨੀ ਸਿੱਖ ਗਏ ਨੇ, ਕਿਉਂਕਿ ਕੁਦਰਤ ਦੇ ਵਿੱਚ ਕੋਈ ਵੀ ਵੇਸਟ ਹੈ, ਜਿਹੜੀ ਕੋਈ ਵੀ ਮਟੀਰੀਅਲ ਨੂੰ ਆਪਾਂ ਵੇਸਟ ਨਹੀਂ ਕਹਿ ਸਕਦੇ, ਸਾਰਾ ਕਿਸੇ ਨਾ ਕਿਸੇ ਚੀਜ਼ ਦਾ ਪ੍ਰੋਡਕਟ ਦਾ ਰਾ ਮਟੀਰੀਅਲ ਹੈ। ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਥੋੜੀ ਜਿਹੀ, ਕਿਉਂਕਿ ਬੈਕਗ੍ਰਾਉਂਡ ਆਪਾਂ ਦੱਸ ਦਈਏ, ਉਸ ਤੋਂ ਥੋੜੀ ਜਿਹੀ ਸਾਨੂੰ ਹੋਪ ਹੋ ਜਾਂਦੀ ਹੈ ਵੀ ਅਸੀਂ ਆਪਾਂ ਪ੍ਰੋਬਲਮ ਸੋਲਵ ਕਰ ਲਾਂਗੇ। ਕੋਈ ਟਾਈਮ ਸੀ ਖਰਾਦਾਂ ਦਾ ਜਿਹੜਾ ਲੋਹਾ ਸੀ ਬਰੀਕ, ਉਹ ਲੋਕ ਟੋਇਆਂ 'ਚ ਸਿੱਟ ਕੇ ਆਉਂਦੇ ਸੀਗੇ, ਪਰ ਹੁਣ ਉਹੀ ਇੰਡਕਸ਼ਨ ਫਰਨਸ ਦੇ ਵਿੱਚ ਮੈਲਟ ਹੋ ਕੇ ਦੁਬਾਰੇ ਲੋਹਾ ਵਰਤੋਂਯੋਗ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਜਿਵੇਂ ਰਾਈਸ ਹਸਕ ਦੀ ਗੱਲ ਦਿੱਤੀ ਹੈ, ਉਹ ਮਾਨ ਸਾਹਿਬ ਇੱਕ ਸਵਾਲ ਅਖੀਰ ਦੇ ਵਿੱਚ ਇਹ ਹੈ ਕਿ ਇਹ ਆਰਡੀਨੈਂਸ ਜੀ ਤੇ ਅੱਜ ਆਪਾਂ ਡਿਬੇਟ ਕਰ ਰਹੇ ਹਾਂ, ਤੁਸੀਂ ਬਿਆ ਤੇ ਖੁਦ ਇਹਨੂੰ ਕਿਵੇਂ ਦੇਖਦੇ ਹੋ? ਕਿੰਨੀ ਕੁ ਸਿਆਸਤ ਹੈ? ਜਿਵੇਂ ਚੱਡਾ ਸਾਹਿਬ ਨੇ ਕਿਹਾ ਕਿ ਸਾਡੀ ਲੋਕਤੰਤਰ ਦੇ ਵਿੱਚ ਬਹਿਸ ਤੋਂ ਬਿਨਾਂ ਇਹੋ ਜਿਹੇ ਆਰਡੀਨੈਂਸ ਆ ਰਹੇ ਨੇ, ਪਹਿਲਾਂ ਵੀ ਦੇਖੇ ਹੁਣ ਵੀ ਦੇਖੇ, ਕੋਇਨਸੀਡੈਂਟ ਮੰਨ ਲੈਂਦੇ ਆ ਕਿ ਇਹ ਕਿਸਾਨਾਂ ਨਾਲ ਸੰਬੰਧਿਤ ਹੋਣ ਕਰਕੇ ਕਿਸਾਨ ਸੋਚਦੇ ਨੇ, ਪਰ ਤੁਸੀਂ ਕੀ ਸੋਚਦੇ ਹੋ? ਇਹ 'ਚ ਕਿੰਨੀ ਕੁ ਸਿਆਸਤ ਹੈ? ਹਾਂ, ਮੈਂ ਇਹ ਦੱਸਦਾ ਤੁਹਾਨੂੰ, ਚੱਡਾ ਸਾਹਿਬ ਬੀਇੰਗ ਐਡਵੋਕੇਟ ਸ਼ਾਇਦ ਛੇਤੀ ਅੰਡਰਸਟੈਂਡ ਕਰ ਜਾਣਗੇ, ਮੇਰੇ ਦੂਜੇ ਦੋਸਤ ਵੀ, ਕਿਉਂਕਿ ਐਡਾ ਜਨਰਲ ਜਿਹਾ ਸਬਜੈਕਟ ਹੈ, ਕੋਈ ਲੰਬੀ ਚੌੜੀ ਗੱਲ ਤਾਂ ਹੈ ਨਹੀਂ। ਮੈਨੂੰ ਇਹ ਦੱਸੋ, ਭਾਰਤ ਦੇ ਸੰਵਿਧਾਨ ਦੇ ਵਿੱਚ ਕਿਹੜੇ ਜੁਰਮ ਲਈ ਸਜ਼ਾ ਦਾ ਪ੍ਰੋਵੀਜ਼ਨ ਨਹੀਂ ਹੈ? ਪਰ ਫਿਰ ਵੀ ਸਾਰਾ ਕੁਝ ਹੋ ਰਿਹਾ ਹੈ। ਆਪਾਂ ਦੇਖਦੇ ਹਾਂ ਰੇਪ ਕੇਸਿਸ ਹੋ ਰਹੇ ਹੈ, ਕ੍ਰਾਈਮ ਹੋ ਰਿਹਾ ਹੈ, ਮਰਡਰ ਹੋ ਰਹੇ ਨੇ, ਚੋਰੀ ਹੋ ਰਹੀ ਹੈ, ਡਕੈਤੀ ਹੋ ਰਹੀ ਹੈ, ਲੁੱਟਾਂ ਹੋ ਰਹੀਆਂ, ਠੱਗੀਆਂ ਵੱਜ ਰਹੀਆਂ। ਕੀ ਨਹੀਂ ਹੋ ਰਿਹਾ ਹੈ ਇੰਡੀਆ ਦੇ ਵਿੱਚ? ਗੱਲ ਇਹ ਹੈ ਵੀ ਸਾਡੇ ਸਿਆਸਤਦਾਨ ਨੇ, ਚਾਹੇ ਸਾਡੀ ਅੱਗੇ ਫਿਰ ਪ੍ਰਣਾਲੀ ਹੈ, ਸਿਸਟਮ ਹੈ, ਉਹਦੇ ਵਿੱਚ ਜਿਹੜਾ ਹੈਗਾ ਨੀਅਤ ਦੀ ਕਮੀ ਹੈ ਇੰਪਲੀਮੈਂਟ ਕਰਨ ਦੀ। ਕਾਨੂੰਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਤੋਟ ਨਹੀਂ ਹੈ। 1974 ਦੇ ਐਕਟ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਦੂਸ਼ਣ ਰੋਕਥਾਮ ਕਰਨ ਵਾਸਤੇ, 81 ਦੇ 에ਅਰ ਐਕਟ ਦੇ ਵਿੱਚ 에ਅਰ ਪੋਲੂਸ਼ਨ ਕੰਟਰੋਲ ਕਰਨ ਵਾਸਤੇ 86 ਅੰਬਰੇਲਾ ਐਕਟ ਬਣਾਇਆ, ਉਦੋਂ ਵੀ ਸਟਿੰਜੀਐਂਟ ਸੀ, ਜਿਹੜੇ ਰੂਲਸ ਬਣੇ ਬੜੇ ਸਖਤ ਨੇ। ਪਰ ਇਹ ਹੈ ਵੀ ਇੰਨੇ ਕਰੋੜਾਂ ਰੁਪਏ ਖਰਚ ਕਰਕੇ, ਨਾਟ ਓਨਲੀ ਕਰੋੜਸ, ਇਨ ਥਾਊਜ਼ੈਂਡਸ ਆਫ ਕਰੋੜਸ, ਗੰਗਾ ਦਾ ਕੀ ਬਣਿਆ? ਬੁੱਢੇ ਨਾਲੇ ਦਾ ਕੀ ਬਣਿਆ? ਸਤਲੁਜ ਦਾ ਕੀ ਬਣਿਆ? ਦੱਸੋ। ਜਿੱਥੇ ਜਿੱਥੇ ਪੋਲੂਸ਼ਨ ਕੰਟਰੋਲ ਉੱਥੇ ਪੋਸੀਬਲ ਹੈ, ਜਿੱਥੇ ਪੋਲੂਸ਼ਨ ਕੰਟਰੋਲ ਕਰਨ ਨਾਲ ਸਾਨੂੰ ਮਾਨ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇੰਪਲੀਮੈਂਟੇਸ਼ਨ ਜਿਹੜੀ ਹੈ, ਇੰਪਲੀਮੈਂਟੇਸ਼ਨ ਅਮਲੀ ਤੌਰ ਤੇ ਅਸੀਂ ਕੀ ਕਰਦੇ ਹਾਂ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਹੈ। ਬਿਲਕੁਲ ਠੀਕ ਹੈ, ਗੰਗਾ ਜਿਹੜੀ ਮੈਲੀ ਸੀ ਉਹਨੂੰ ਦੁਬਾਰਾ ਪਵਿੱਤਰ ਕਰਨ ਦੀ, ਔਰ ਬੁੱਢਾ ਨਾਲਾ ਤਾਂ ਦੇਖੋ ਅਸੀਂ ਸਾਡੀਆਂ ਧਾਰਮਿਕ ਬੋਡੀਜ਼ ਵੀ ਲੱਗ ਗਈਆਂ ਸੀ, ਉਹਦਾ ਕੁਝ ਨਹੀਂ ਬਣਿਆ। ਬਿਲਕੁਲ ਠੀਕ ਹੈ, ਸਾਡੇ ਅੱਜ ਦੇ ਮਾਹਰ ਨੇ ਕਿ ਕਾਨੂੰਨ ਜਿਹੜਾ ਹੈ ਉਹ ਹਰ ਚੀਜ਼ ਲਈ ਹੈ, ਕ੍ਰਾਈਮ ਫੇਰ ਹੋ ਰਿਹਾ ਹੈ। ਪਰ ਮੈਨੂੰ ਕਿਤੇ ਨਾ ਕਿਤੇ ਕਿਉਂ ਲੱਗਦਾ ਹੈ, ਜਿਹੜਾ ਦਿਨੇਸ਼ ਚੱਡਾ ਹੋਰਾਂ ਨੇ ਗੱਲ ਕਹੀ ਹੈ ਕਿ ਪਨਿਸ਼ਮੈਂਟ ਲਈ ਇਹ ਜਿਹੜਾ ਕਾਨੂੰਨ ਹੈ ਨਾ, ਤੇ ਖਾਸ ਤੌਰ ਤੇ ਜਿਸ ਸਮੇਂ ਆਰਡੀਨੈਂਸ ਦੇ ਰੂਪ ਚ ਆਉਂਦਾ ਹੈ, ਜਦੋਂ ਕਿਸਾਨ ਟਰੈਕ ਤੇ ਬੈਠਾ ਹੈ, ਸੜਕਾਂ ਤੇ ਬੈਠਾ ਹੈ, ਤੇ ਕਿਸਾਨ ਦਾ ਸਿੱਧਾ ਕੇਂਦਰ ਨਾਲ ਪੇਚਾ ਪਿਆ ਹੋਇਆ ਹੈ, ਉਸ ਵੇਲੇ ਕਿਸਾਨ ਕੀ ਸੋਚਦਾ ਹੈ? ਜਿਵੇਂ ਮੰਡ ਸਾਹਿਬ ਨੇ ਕਿਹਾ, ਕਿਸਾਨ ਭਾਵੇਂ ਹਰਿਆਣਾ ਦਾ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਚਾਹੇ ਕਿਤੇ ਹੋਰ ਦਾ, ਕਿਸਾਨ ਤਾਂ ਕਿਸਾਨ ਹੈ। ਲੇਕਿਨ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਪੰਜਾਬ ਦਾ, ਪਟਿਆਲੇ ਦਾ ਝੋਨਾ ਜਿਹੜਾ ਪਰਾਲੀ ਸਾੜੀ ਹੋਈ, ਫਿਰ ਅੰਬਾਲਾ ਟੱਪਦੀ ਹੋਈ ਕਰਨਾਲ, ਉਸ ਤੋਂ ਬਾਅਦ ਸੋਨੀਪਤ ਪਾਣੀਪਤ ਟੱਪ ਕੇ ਦਿੱਲੀ ਚਲੀ ਜਾਂਦੀ ਹੈ। ਉਹ ਸਾਡੇ ਵਰਗੇ ਜਿਹੜੇ ਲੇ ਪਰਸਨ ਨੇ, ਉਹਨਾਂ ਦੇ ਤਾਂ ਗੱਲ ਸਮਝ ਨਹੀਂ ਆਉਂਦੀ। ਸੱਚੀ ਗੱਲ ਹੈ, ਕਿਉਂ ਇੰਨਾ ਰੌਲਾ ਰੱਪਾ ਪਾਇਆ? ਤੇ ਕਿਸਾਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਠੀਕ ਸੋਚਦਾ ਹੈ ਇਸ ਮਾਮਲੇ ਦੇ ਵਿੱਚ ਕਿ ਜਿੱਥੇ ਵੱਡੇ ਵੱਡੇ ਇੰਡਸਟਰੀਲਿਸਟ ਨੇ, ਜਿਨ੍ਹਾਂ ਤੇ ਜਾ ਕੇ ਛਾਪੇ ਮਾਰਦੇ ਹੁੰਦੇ ਸੀ ਮਾਨ ਸਾਹਿਬ ਤੁਸੀਂ, ਉਹਨਾਂ ਨੂੰ ਕਿੰਨਾ ਕੁ ਰੋਕ ਲਿਆ? ਰਾਤੋਂ ਰਾਤ ਕਦੇ ਟ੍ਰੀਟਮੈਂਟ ਪਲਾਂਟ ਲਾ ਲਿਆ। ਮੈਂ ਆਪ ਦੇਖਿਆ, ਉਦੋਂ ਮੈਂ ਪੱਤਰਕਾਰੀ ਕਰਦਾ ਸੀ, ਟ੍ਰੀਟਮੈਂਟ ਪਲਾਂਟ ਬੰਦ ਕਰ ਦਿੰਦੇ ਨੇ,
ਤੇ ਪਾਣੀ ਛੱਡ ਦਿੰਦੇ ਨੇ ਨਹਿਰਾਂ 'ਚ। ਬਹੁਤ ਕੁਛ ਐਸਾ ਚੱਲ ਰਿਹਾ ਹੈ, ਇਹਨੂੰ ਅਮਲੀ ਤੌਰ ਤੇ ਦੇਖਣ ਦੀ ਲੋੜ ਹੈ। ਇਹ ਮਸਲਾ ਵੱਡਾ ਹੈ, ਇਹ ਤੇ ਬਹਿਸ ਹੁੰਦੀ ਰਹੇਗੀ। ਅੱਜ ਤੁਸੀਂ ਸਾਰੇ ਆਏ, ਨਾਜਰ ਸਿੰਘ ਮਾਨਸਾਹੀਆ ਸਾਹਿਬ, ਸੁਖਦੇਵ ਸਿੰਘ ਰੋਪੜ ਸਾਹਿਬ ਔਰ ਨਰਦੇਵ ਸਿੰਘ ਆਕੜੀ ਜੀ, ਅਵਤਾਰ ਸਿੰਘ ਮਨ ਸਾਹਿਬ, ਐਡਵੋਕੇਟ ਦਿਨੇਸ਼ ਚੱਡਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਕਹੀ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਰ ਰੋਜ਼ ਤੁਹਾਨੂੰ ਯਾਦ ਕਰਾਉਣਾ ਹੈ। ਇਹਨਾਂ ਬਹਿਸਾਂ ਤੋਂ ਬਾਅਦ ਤੁਸੀਂ ਜਿਹੜੀ ਅੱਗੇ ਬਹਿਸ ਤੋਰਨੀ ਹੈ, ਉਸ ਲਈ ਤੁਹਾਡਾ ਹੋਰ ਵੀ ਧੰਨਵਾਦ। ਕੱਲ ਸਵੇਰੇ 8:40 ਤੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਮਿਲਾਂਗੇ ਔਰ ਕੱਲ ਸ਼ਾਮ ਨੂੰ 5:30 ਵਜੇ ਚਰਚਾ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ।